ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਸ਼ਖਸੀਅਤ ਨਾਲ ਤਾਰੂਫ ਕਰਾਵਾਂਗੇ ਜੋ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ। ਕੈਨੇਡਾ ਦੇ ਸਰੀ ਦੇ ਵਿੱਚ ਰਹਿੰਦੇ ਨੇ, ਲੋਕਾਂ ਲਈ ਕੰਮ ਕਰਦੇ ਨੇ, ਖਾਸ ਕਰ ਮਹਿਲਾਵਾਂ ਲਈ ਕੰਮ ਕਰਦੇ ਨੇ। ਮਹਿਲਾਵਾਂ ਨੂੰ ਅੱਗੇ ਆਉਣ ਲਈ ਬਹੁਤ ਵਧਾਵਾ ਦਿੰਦੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ ਕਿ ਹਰ ਖੇਤਰ ਦੇ ਵਿੱਚ ਅੱਗੇ ਵਧਣ। ਅਸੀਂ ਗੱਲ ਕਰ ਰਹੇ ਹਾਂ ਮੀਰਾ ਗਿੱਲ ਜੀ ਦੀ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ, ਮੇਰਾ ਪਿਆਰ ਸਤਿਕਾਰ। ਸਭ ਤੋਂ ਪਹਿਲਾ ਹੀ ਸਵਾਲ ਜੋ ਹਰ ਇੱਕ ਦੇ ਦਿਮਾਗ ਦੇ ਵਿੱਚ ਆਏਗਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇੱਕ ਪਾਰਟਿਕੂਲਰ ਵੇ ਦੇ ਨਾਲ ਕੰਮ ਕੀਤਾ ਜਾਏ। ਖਾਸ ਕਰ ਵੈਸੇ ਤਾਂ ਤੁਸੀਂ ਸਾਰੇ ਫੀਲਡ ਵਿੱਚ ਹੀ ਕੰਮ ਕਰ ਰਹੇ ਹੋ, ਮਹਿਲਾਵਾਂ ਲਈ ਕਿਸ ਤਰ੍ਹਾਂ ਦੇ ਨਾਲ ਸੋਚਿਆ ਕਿ ਮਹਿਲਾਵਾਂ ਲਈ ਕੰਮ ਕਰਨਾ ਹੈ, ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਹੈ? ਨਾ ਕਿਸੇ ਲਈ ਕੰਮ ਕਰਨ ਦੇ ਲਈ ਤੁਹਾਨੂੰ ਉਸ ਦਾ ਹਿੱਸਾ ਬਣਨਾ ਪੈਂਦਾ ਹੈ। ਸੋ ਮੈਨੂੰ ਇਹ ਹੁੰਦਾ ਵੀ ਕਿ ਅਸੀਂ ਕਿਸੇ ਹੋਰ ਲਈ ਕੰਮ ਤਾਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਲਈ ਕੁਝ ਕੀਤਾ ਹੋਵੇ। ਸੋ ਮੈਂ ਕਿਸੇ ਹੋਰ ਲਈ ਉਸ ਤੋਂ ਬਾਅਦ ਕਰੂੰਗੀ, ਪਹਿਲਾਂ ਮੈਂ ਆਪਣੇ ਆਪ ਲਈ ਕਰ ਸਕਾਂ। ਸੋ ਮੈਨੂੰ ਲੱਗਦਾ ਕਿ ਔਰਤਾਂ ਦੇ ਲਈ ਕੰਮ ਕਰਨਾ ਵਾਜਬ, ਸਹੀ ਤੇ ਜ਼ਰੂਰੀ ਹੈ। ਸੋ ਕਿਉਂਕਿ ਆਪਾਂ ਇਹ ਮਤਲਬ ਇਹ ਤਾਂ ਤੁਹਾਡੇ ਆਡੀਅנס ਜਿਹੜੇ ਨੇ ਉਹਨਾਂ ਨੂੰ ਵੀ ਪਤਾ, ਤੇ ਮੈਨੂੰ ਲੱਗਦਾ ਇਹ ਰੈਟਰਿਕ ਲੱਗ ਜਾਂਦਾ ਇਨਫ ਟਾਈਮ ਨਹੀਂ ਜੀ ਔਰਤਾਂ ਦੀ ਬਰਾਬਰੀ ਨਹੀਂ, ਔਰਤਾਂ ਨੂੰ ਇਹ ਆਪਾਂ ਨੂੰ ਰਿਐਲਿਟੀ 'ਚ ਪਤਾ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਇੱਕ ਪੀਸ ਹੈ ਜਿਸ ਨੇ ਦੱਬੀਆਂ ਕੁਚਲੀਆਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਰਗ ਹੈ, ਕੋਈ ਵੀ ਵਰਗ ਹੋਵੇ, ਭਾਵੇਂ ਆਪਾਂ ਵੀ ਸਾਰੇ ਸੀ, ਤਾਂ ਐਜੂਕੇਸ਼ਨ ਵਾਜ਼ ਦ ਵਨ ਥਿੰਗ ਦੈਟ ਜਦ ਛੋਟੇ ਵੀ ਹੁੰਦੇ ਸੀ ਨਾ ਤਾਂ ਉਹ ਕਹਿੰਦੇ ਸੀ ਤੁਸੀਂ ਪੜ੍ਹ ਲਿਖ ਲਓਗੇ ਤਾਂ ਫਿਰ ਜ਼ਿੰਦਗੀ ਸਵਰ ਜਾਣੀ ਹੈ ਨਾ। ਸੋ ਪਰ ਉਹਦਾ ਕਨਸੈਪਟ ਜਿਹੜਾ ਸੀ, ਮੈਨੂੰ ਲੱਗਿਆ ਕਿ ਅਵੇਅਰਨੈਸ ਇਜ਼ ਸਮਥਿੰਗ ਦੈਟ ਇਜ਼ ਮਿਸਿੰਗ। ਅਤੇ ਇਸ ਕਰਕੇ ਔਰਤਾਂ ਦੇ ਵਿੱਚ ਪਹਿਲਾਂ ਅਸੀਂ ਆਪਣੇ ਆਪ ਨੂੰ ਜਾਗਰੂਕ ਕਰ ਸਕੀਏ। ਇਸ ਕਰਕੇ ਮੈਨੂੰ ਲੱਗਿਆ ਕਿ ਪਹਿਲਾਂ ਵੀ ਲੈਟਸ ਵਰਕ ਵਿਦ ਦ ਪੀਪਲ ਦੈਟ ਆਈ ਨੋ, ਜਿਨ੍ਹਾਂ ਦੇ ਨਾਲ ਮੈਂ ਰਿਲੇਟ ਕਰ ਸਕਦੀ ਹਾਂ, ਜਿਨ੍ਹਾਂ ਤੋਂ ਮੈਂ ਜ਼ਿਆਦਾ ਇੰਸਪਾਇਰ ਹੋਇਆ, ਜਿਨ੍ਹਾਂ ਨਾਲ ਜ਼ਿਆਦਾ ਵਕਤ ਮੈਂ ਗੁਜ਼ਾਰਿਆ, ਉਹਨਾਂ ਲਈ ਦੇਣਾ ਪਹਿਲਾਂ ਮੇਰਾ ਬਣਦਾ। ਅਤੇ ਇਸ ਕਰਕੇ ਅਤੇ ਖਾਸ ਕਰਕੇ ਕਿ ਉਹੀ ਵਰਗ ਹੈ ਜਿਹੜਾ ਕਿ ਇੱਕ ਧੁਰੀ ਹੈ ਜਿਹੜੇ ਸਾਰੇ ਸਮਾਜ ਨੂੰ, ਦੇਸ਼ ਨੂੰ, ਸਾਰੀ ਦੁਨੀਆ ਨੂੰ ਚਲਾ ਰਹੀ ਹੈ, ਉਹ ਔਰਤ ਹੈ। ਅਤੇ ਉਹਦੇ ਨਾਲ ਜਿਹੜੇ ਤੁਸੀਂ ਕੰਮ ਕਰਦੇ ਹੋ ਤਾਂ ਉਹ ਵਾਜਿਬ ਲੱਗਦਾ। ਐਕਸੈਪਟੈਂਸ ਈਜ਼ੀਲੀ ਹੋ ਗਈ ਸੀ? ਐਕਸੈਪਟੈਂਸ ਇਸ ਗੱਲ 'ਤੇ ਮੈਂ ਹੁਣ ਆਪਣੇ ਕੋਲੇ ਵਕਤ ਉਸ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਐਕਸੈਪਟੈਂਸ ਔਰਤ ਜਾਂ ਮਰਦ ਨੂੰ ਸਭ ਤੋਂ ਪਹਿਲਾਂ ਘਰ ਦੇ ਵਿੱਚ ਮਿਲਦੀ ਜਦੋਂ ਬੱਚਾ ਹੁੰਦਾ। ਮੈਨੂੰ ਮੇਰੇ ਘਰ ਦੇ ਵਿੱਚ ਐਕਸੈਪਟੈਂਸ ਸੀ। ਬਹੁਤ ਥੈਂਕਫੁਲ ਹਾਂ ਮੈਂ ਪੇਰੈਂਟਸ ਦੇ ਲਈ ਕਿ ਮਾਮ ਅਤੇ ਡੈਡ, ਖਾਸ ਕਰਕੇ ਡੈਡ, ਔਰਤ ਤੇ ਮਤਲਬ ਬੇਟੀ ਦੇ ਲਈ ਉਹਦੇ ਫਾਦਰ ਦਾ ਰੋਲ ਅਤੇ ਬੇਟੇ ਦੇ ਲਈ ਉਹਦੀ ਮਦਰ ਦਾ ਰੋਲ ਬਹੁਤ ਇੰਪੋਰਟੈਂਟ ਆ। ਡੈਡ ਨੇ ਮੈਨੂੰ ਐਕਸੈਪਟੈਂਸ ਦਾ ਕਨਸੈਪਟ ਨਹੀਂ ਸੀ, ਸਾਨੂੰ ਇਹ ਸੀ ਵੀ ਤੁਸੀਂ ਹੋ, ਯੂ ਐਗਜ਼ਿਸਟ ਐਂਡ ਯੂ ਐਗਜ਼ਿਸਟ ਇਨ ਦਾ ਫੁੱਲ ਪੋਟੈਂਸ਼ੀਅਲ। ਇਹ ਨਹੀਂ ਹੈ ਕਿ ਤੁਸੀਂ ਔਰਤ ਹੋ, ਤੁਸੀਂ ਬੇਟੀ ਹੋ ਤਾਂ ਤੁਸੀਂ ਆਹ ਕਰਨਾ ਕਿ ਨਹੀਂ। ਸੋ ਮੈਨੂੰ ਲੱਗਦਾ ਕਿ ਹਰ ਘਰ ਦੇ ਵਿੱਚ ਜੇ ਕੋਈ ਅਗਲਾ ਚਾਹੁੰਦਾ ਕਿ ਕੱਲ੍ਹ ਨੂੰ ਮੇਰੀ ਬੇਟੀ ਨਾਲ ਕੱਲ੍ਹ ਨੂੰ ਕਿਤੇ ਹੋਰ ਕੰਮ 'ਤੇ ਧੱਕਾ ਨਾ ਹੋਵੇ, ਰਿਸ਼ਤਿਆਂ 'ਚ ਧੱਕਾ ਨਾ ਹੋਵੇ, ਤਾਂ ਉਹਨਾਂ ਨੂੰ ਕਹੋ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਧੱਕਾ ਬੰਦ ਕਰ ਦਿਓ, ਫਿਰ ਉਹ ਸਭ ਠੀਕ ਹੋ ਜਾਣਾ। ਸੋ ਐਕਸੈਪਟੈਂਸ ਦੀ ਜਿਹੜੀ ਗੱਲ ਹੈ ਕਿ ਐਕਸੈਪਟੈਂਸ ਮੈਨੂੰ ਆਪਣੇ ਘਰ 'ਚੋਂ ਮਿਲੀ। ਉਸ ਤੋਂ ਬਾਅਦ ਮੈਂ ਲੋਕਾਂ ਤੋਂ ਮੰਗੀ ਨਹੀਂ, ਮੈਂ ਦੱਸਿਆ ਕਿ ਮੈਂ ਦਿਸ ਇਜ਼ ਵਟ ਆਈ ਬਿਲੋਂਗ, ਮੈਨੂੰ ਕਿਸੇ ਦੀ ਐਕਸੈਪਟੈਂਸ ਦੀ ਜ਼ਰੂਰਤ ਨਹੀਂ। ਮੈਂ ਆਪਣੇ ਆਪ, ਆਪਣੀ ਨਜ਼ਰ, ਆਪਣੇ ਪਰਿਵਾਰ, ਆਪਣੀ ਹੋਂਦ, ਆਪਣੀ ਐਗਜ਼ਿਸਟੈਂਸ ਦੇ ਵਿੱਚ ਮੈਂ ਹਾਂ, ਅਤੇ ਮੈਨੂੰ ਲੱਗਦਾ ਲੋਕਾਂ ਨੇ ਉਸ ਦਾ ਸਨਮਾਨ ਕੀਤਾ। ਆਪਾਂ ਡਿਫਰੈਂਸਿਸ ਦੀ ਗੱਲ ਕਰ ਲਈਏ ਤਾਂ ਤੁਸੀਂ ਇੰਡੀਆ ਦੇ ਵਿੱਚ ਰਹੇ, ਪੰਜਾਬਣ ਹੋ, ਪੰਜਾਬ ਦੇ ਵਿੱਚ ਖਾਸਾ ਵਕਤ ਗੁਜ਼ਾਰਿਆ, ਹੁਣ ਤੁਸੀਂ ਕੈਨੇਡਾ ਦੇ ਵਿੱਚੋਂ। ਇਨਵਾਇਰਮੈਂਟ ਪੰਜਾਬਣ ਵੈਸੇ ਇਨਵਾਇਰਮੈਂਟ ਡਿਫਰੈਂਸਿਸ ਕੀ ਰਹਿੰਦੇ ਨੇ ਫੀਮੇਲ ਦੇ ਲਈ ਦੋਹਾਂ ਦੇਸ਼ਾਂ ਦੇ ਵਿੱਚ? ਬਹੁਤ ਨੇ ਜੀ। ਤੁਹਾਨੂੰ ਮੈਂ ਦੱਸਦੀ ਹਾਂ, ਐਗਜ਼ਾਮਪਲ ਦੱਸਦੀ ਹਾਂ। ਹੁਣ ਰੀਸੈਂਟਲੀ ਆਏ ਇੱਕ ਪਰਿਵਾਰ ਦੇ ਨਾਲ ਗੱਲ ਕਰ ਰਹੀ ਸੀ, ਅਤੇ ਉਹਨਾਂ ਦੇ ਮਦਰ ਹੈ ਨਹੀਂਗੇ ਅਤੇ ਬੇਟੀ ਦੇ, ਅਤੇ ਉਹਦੇ ਡੈਡ ਉਹਨਾਂ ਨੂੰ ਕਹਿੰਦੇ ਬੇਟੀ ਤੁਸੀਂ ਇੱਥੇ ਆਪਾਂ ਜਲਦੀ ਕੈਨੇਡਾ ਚਲੇ ਜਾਣਾ, ਉੱਥੇ ਜਿਹੜੇ ਕੰਮ ਤੁਸੀਂ ਕਰਨਾ ਚਾਹੋਗੇ ਉੱਥੇ ਮੈਂ ਤੁਹਾਨੂੰ ਕਰਨ ਦੇਵਾਂਗਾ। ਤੁਸੀਂ ਜਿੱਥੇ ਜਿੱਥੇ ਸਕੂਲ 'ਤੇ ਪੜ੍ਹਨਾ ਚਾਹੁੰਦੇ, ਜਿਹੜੇ ਫਰੈਂਡਸ ਰੱਖਣਾ ਚਾਹੁੰਦੇ, ਜੇ ਕਿਤੇ ਬਾਹਰ ਜਾਣਾ ਚਾਹੁੰਦੇ, ਇੱਥੇ ਨਹੀਂ ਜਾਣਾ। ਉਹ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਫਰੈਂਡ ਆਪਣੇ ਕੈਨੇਡਾ ਜਾ ਕੇ ਆਏ ਹੋਏ ਆ। ਤਾਂ ਤੁਸੀਂ ਦੱਸੋ ਕਿ ਅੱਜ ਫਾਦਰ 2022 ਦੇ ਵਿੱਚ ਗੱਲ ਕਰ ਰਿਹਾ ਕਿ ਵੀ ਮੈਂ ਤੁਹਾਨੂੰ ਉੱਥੇ ਜਾ ਕੇ ਉਹ ਆਜ਼ਾਦੀ ਦੇ ਸਕਦਾ, ਇੱਥੇ ਨਹੀਂ ਦੇ ਸਕਦਾ। ਮੈਂ ਮਾਡਰਨ ਆ, ਪਰ ਮੇਰਾ ਸਮਾਜ ਜਿੱਥੇ ਤੂੰ ਜਾਣਾ ਉਹ ਮਾਡਰਨ ਨਹੀਂ। ਆਹ ਫਰਕ ਹੈ। ਦੇ ਆਰ ਸਕੇਅਰਡ। ਹਾਂਜੀ। ਸੋ ਵੀ ਆਰ ਸਕੇਅਰਡ ਆਫ ਆਰਸੈਲਵਸ, ਐਂਡ ਜਿਹੜੇ ਸਾਡੀ ਨਾਲ ਦੀ ਦੁਨੀਆ, ਸਾਨੂੰ ਉਹਨਾਂ ਦਾ ਪਤਾ ਕਿ ਸ਼ਾਇਦ ਔਰਤ ਦੀ ਜੋ ਇੱਜ਼ਤ ਹੋਣੀ ਚਾਹੀਦੀ ਹੈ, ਜੋ ਅਸੀਂ ਲਿਪ ਸਰਵਿਸ ਕਰਦੇ ਹਾਂ, ਉਹ ਐਕਚੁਅਲੀ ਦਿਲ ਦੇ ਵਿੱਚ ਉਹ ਸਤਿਕਾਰ, ਉਹ ਸਿਕਿਉਰਿਟੀ, ਉਹ ਸੇਫਟੀ ਦੀ ਜਿਹੜੀ ਆ, ਇਕੁਆਲਿਟੀ ਦੀ, ਉਹ ਆਪਾਂ ਆਪਣੇ ਮਨ ਦੇ ਵਿੱਚ ਉਹ ਨਹੀਂ ਕੀਤੀ ਹੋਈ, ਅਤੇ ਆਪਾਂ ਨੂੰ ਲੱਗਦਾ ਕਿ ਉੱਥੇ ਜਾ ਕੇ ਹੈਗੀ ਹੈ। ਸੋ ਉਹ ਬਿਲਕੁਲ ਰਿਐਲਿਟੀ ਆ। ਉੱਥੇ ਜਾ ਕੇ ਬਹੁਤ ਚੀਜ਼ਾਂ ਦੀ ਘਾਟ ਹੈ ਹੀ ਨਹੀਂ। ਮੈਂ ਕਹੂੰਗੀ ਕਿ ਬਹੁਤ ਪਰਫੈਕਟ ਵਰਲਡ ਹੈ, ਮੈਨੂੰ ਉੱਥੇ ਬਹੁਤ ਚੀਜ਼ਾਂ, ਬਹੁਤ ਖਾਮੀਆਂ ਦਿਸਦੀਆਂ, ਅਤੇ ਕਈ ਚੀਜ਼ਾਂ ਆਪਣੀਆਂ ਬਿਹਤਰ ਹੈ। ਪਰ ਹਾਂ, ਔਰਤ ਦੇ ਲਈ ਉੱਥੇ
ਜਿਉਣਾ ਸਹਿਣਾ, ਜ਼ਿੰਦਗੀ 'ਚ ਆਪਣੇ ਕੰਮ ਕਰਨਾ, ਆਪਣੇ ਪੈਰਾਂ ਤੇ ਖੜੇ ਹੋਣਾ, ਜੌਬ ਕਰਨੀ, ਕੱਲੀ ਔਰਤ ਦੇ ਲਈ, ਕੱਲੀਆਂ ਬੇਟੀਆਂ ਹੁਣ ਇੱਥੋਂ ਜਾਂਦੀਆਂ, ਉਹਨਾਂ ਦੇ ਲਈ ਉੱਥੇ ਆਪਣੇ ਪੈਰਾਂ ਤੇ ਖੜੇ ਹੋਣਾ ਚੈਲੰਜਿੰਗ ਹੈ, ਨੋ ਕੁਐਸਚਨ ਅਬਾਊਟ ਇਟ, ਪਰ ਪੋਸੀਬਲ ਹੈ। ਇੱਥੇ ਬੱਚੀ ਦੇ ਲਈ ਖੜੇ ਹੋਣਾ ਆਪਣੇ ਪੈਰਾਂ ਤੇ, ਆਪਣੀ ਪੂਰੀ ਲਾਈਫ ਨੂੰ ਪਲਾਨ ਕਰ ਲੈਣਾ, ਮੈਨੂੰ ਹਜੇ ਵੀ, ਤੁਸੀਂ ਬਿਹਤਰ ਜਾਣਦੇ ਹੋਣੇ, ਹਾਂਜੀ, ਇੱਥੇ ਬਹੁਤ ਹਾਰਡ ਲੱਗਦਾ। ਉੱਥੇ ਮੈਨੂੰ ਲੱਗਦਾ ਕਿ ਬੱਚੀ ਜੇ ਚਲੀ ਗਈ, ਡਿੱਗੂਗੀ ਢਊਗੀ, 2 ਵਾਰੀ ਸੱਟਾਂ, 5 ਵਾਰੀ 10 ਵਾਰੀ, ਆਹ ਗਲਤ ਹੋ ਗਿਆ, ਉਹ ਗਲਤ ਹੋ ਗਿਆ, ਉਹਨੇ ਸਿੱਖ ਲੈਣਾ, ਉਹ ਪੈਰਾਂ ਤੇ ਖੜੀ ਹੋ ਜੂਗੀ ਤੇ ਆਪਣੀ ਜ਼ਿੰਦਗੀ ਤੇ ਆਪਣੇ ਨਾਲਦਿਆਂ ਦੀ ਜ਼ਿੰਦਗੀ ਵੀ ਸਵਾਰ ਸਕਦੀ। ਸੋ ਇਹ ਫਰਕ ਹੈ ਹਜੇ। ਤੇ ਫਿਰ ਤੁਸੀਂ ਕਿਸ ਤਰ੍ਹਾਂ ਦੇ ਨਾਲ ਫੀਮੇਲ ਨੂੰ ਸਮਝਾਉਂਦੇ ਹੋ ਕਿ ਉਹ ਇੱਕ ਚੀਜ਼ ਨੂੰ ਲੈ ਕੇ ਚੱਲ ਲੈਂਦੀਆਂ ਨੇ ਕਿ ਹਾਂ ਅਸੀਂ ਇਹ ਚੀਜ਼ ਕਰਨਾ ਹੈ, ਸਾਡਾ ਇਹ ਮੋਟਿਵ ਹੈ? ਕਿਉਂਕਿ ਸਮਝਾਉਣ ਦੇ ਵਿੱਚ ਵੀ ਪਰੇਸ਼ਾਨੀ ਤੇ ਆਉਂਦੀ ਹੋਣੀ, ਕਿਉਂਕਿ ਆਪਣੀ ਜੋ ਮੈਂਟੈਲਿਟੀ ਹੁੰਦੀ ਹੈ। ਮੈਨੂੰ ਲੱਗਦਾ ਕਿ ਐਜ਼ ਫੀਮੇਲ ਬੀਇੰਗ, ਐਜ਼ ਇੰਡੀਅਨ, ਐਜ਼ ਪੰਜਾਬਣ, ਕੋਈ ਚੀਜ਼ ਅਡੈਪਟ ਕਰਨ ਵਿੱਚ ਮੈਨੂੰ ਬਹੁਤ ਸਮਾਂ ਲੱਗ ਜਾਂਦਾ ਹੈ। ਨਹੀਂ, ਔਰਤ ਨੂੰ ਨਹੀਂ ਸਮਾਂ ਲੱਗਦਾ। ਮੈਂ ਇਹ ਸਵਾਲ ਕਰਦੀ ਹੁੰਦੀ ਹਾਂ ਕਿ ਆਪਾਂ ਇਹ ਹੰਬਲ ਬਹੁਤ ਆ, ਆਪਾਂ ਪੰਜਾਬਣ ਨਾ ਹੰਬਲ ਬਹੁਤ, ਸਾਨੂੰ ਪਤਾ ਨਹੀਂ ਜੀ, ਤੁਸੀਂ ਦੱਸ ਦਿਓ ਹੈ ਇਹ ਸਮਾਜ। ਪਰ ਮੈਨੂੰ ਪਤਾ ਕਿ ਤੁਸੀਂ ਅਡੈਪਟੇਬਲ ਹੋ, ਤੁਸੀਂ ਇੱਕਦਮ ਚੀਜ਼ ਨੂੰ ਸਿੱਖ ਲੈਂਦੇ ਹੋ। ਜਿੰਨੀ ਪੰਜਾਬੀ ਔਰਤ ਨੇ ਮਰਦ ਦੇ ਬਹੁਤ ਨਰਮ ਤੇ ਬਹੁਤ ਸਖਤ ਦੇ ਮਾਹੌਲ ਚੋਂ ਜਦੋਂ ਉਹ ਇੱਕਦਮ ਕੁਇਕਲੀ ਅਡੈਪਟ ਕਰ ਲੈਂਦੀ ਹੈ ਨਾ, ਮਾਂ ਦੀ ਝਿੜਕ ਤੋਂ, ਪਿਓ ਦੇ ਝਿੜਕ ਤੋਂ, ਰਾਹ ਜਾਂਦੇ ਕਿਸੇ ਨੇ ਸੀਟੀ ਮਾਰਤੀ, ਕਿਸੇ ਨੇ ਕਰਤੇ, ਉਸ ਨੂੰ ਵੀ, ਉਹਨੂੰ ਵੀ ਅੱਖਾਂ ਕੱਢ ਲਈਆਂ, ਟੀਚਰ ਨੂੰ, ਆਪਾਂ ਬਹੁਤ ਅਡੈਪਟੇਬਲ ਆ। ਜੇ ਮੈਂ ਕਹੀਏ ਵੀ ਔਰਤ ਅਡੈਪਟੇਬਲ ਨਹੀਂ, ਔਰਤ ਬਹੁਤ ਅਡੈਪਟੇਬਲ ਆ। ਘਰੇ ਕੋਈ ਆਉਂਦਾ, ਇੱਕਦਮ ਉਹਨੇ ਝੱਟ ਦੇਣੇ ਰੋਟੀ 'ਚ ਕਿ ਵੀ ਮੈਂ ਕੀ ਬਣਾ ਕੇ ਦਿਆਂ, ਮੈਂ ਪ੍ਰਸ਼ਾਦਾ ਬਣਾ ਦਿਆਂ, ਮੈਂ ਆਹ ਕਰ ਦਿਆਂ, ਮੈਂ ਸੂਟ ਪਾਉਣਾ, ਮੈਂ ਮੈਂ ਕੰਮ ਤੇ ਜਾਣਾ। ਸੋ ਵੀ ਆਰ ਵੈਰੀ ਅਡੈਪਟੇਬਲ। ਮੈਨੂੰ ਲੱਗਦਾ ਕਿ ਔਰਤ ਦੀ ਪਹਿਲੀ ਗੱਲ ਮੈਂ ਜਿਹੜੀ ਤੁਹਾਨੂੰ ਕਹੂੰਗੀ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਕਹੂੰਗੀ ਕਿ ਇਹ ਸੋਚੀਏ ਕਿ ਸਾਡੇ 'ਚ ਕੋਈ ਘਾਟੀ ਹੈ, ਸਾਡੇ 'ਚ ਕੋਈ ਘਾਟ ਨਹੀਂ। ਇੱਕੋ ਜਿਹੀ ਗੱਲ ਹੈ ਕਿ ਉਹ ਓਪਰਚੁਨਿਟੀ ਨਹੀਂ ਹੈ। ਸੋ ਇੱਕ ਤਾਂ ਆਪਣੇ ਆਪ ਨੂੰ ਇਹ ਕਹਿ ਦਿਓ ਕਿ ਮੇਰੇ 'ਚ ਕੋਈ ਕਮੀ ਨਹੀਂ, ਰੱਬ ਦਾ ਦਿੱਤਾ ਬਹੁਤ ਕੁਛ ਆ, ਤੇ ਇਸ ਕੁਦਰਤ ਨੇ, ਇਸ ਸਮਾਜ ਨੇ, ਇਸ ਧਰਤੀ ਨੇ ਮੈਨੂੰ ਬਹੁਤ ਕੁਛ ਦਿੱਤਾ ਹੋਇਆ। ਸੋ ਉਹਦੇ 'ਚ ਕੋਈ ਘਾਟ ਹੀ ਨਹੀਂ। ਹੁਣ ਇੱਕ ਚੀਜ਼ ਜਿਹੜੀ ਘਾਟ ਹੈ, ਉਹ ਇੱਕ ਓਪਰਚੁਨਿਟੀ ਦੀ ਘਾਟ ਹੈ ਕਿ ਮੈਂ ਕਿੱਥੇ ਜਾ ਕੇ ਇਹ ਸਭ ਕੀਤਾ ਹੋਇਆ ਜਿਹੜਾ ਉਹ ਬੀਜ ਬੀਜਾਂ, ਤੇ ਮੈਂ ਉਸ ਰੁੱਖ ਦੇ ਥਾਵੇਂ ਆਪ ਬੈਠ ਕੇ ਆਪਣੀ ਜ਼ਿੰਦਗੀ ਤੇ ਹੋਰਾਂ ਦੀ ਜ਼ਿੰਦਗੀ ਨੂੰ ਬਿਹਤਰ ਕਰ ਸਕਾਂ। ਸੋ ਤੁਸੀਂ ਕਹਿੰਦੇ ਹੋ ਵੀ ਸਮਝਾਉਣਾ, ਉਹ ਜਿਹੜੇ ਮੈਂ ਉਸੇ ਪਰਿਵਾਰ ਦੀ ਦੁਆਰੇ ਗੱਲ ਕਰਦੀ ਹਾਂ ਕਿ ਉਹ ਕਹਿੰਦੇ ਵੀ ਮੈਂ ਉਹਨੂੰ ਬੇਟੀ ਨੂੰ ਕਿਹਾ, ਬੇਟਾ ਹੁਣ ਨਹੀਂ, ਤੁਸੀਂ ਜਦੋਂ ਉੱਥੇ ਜਾਓਗੇ ਨਾ, ਜਿਸ ਮੁੰਡੇ ਨਾਲ ਕਹੋਗੇ ਮੈਂ ਉਹਨਾਂ ਦਾ ਵਿਆਹ ਕਰ ਦੂੰਗਾ, ਤੁਸੀਂ ਫਿਕਰ ਨਹੀਂ ਕਰੋ। 16 ਸਾਲ ਦੀ ਬੱਚੀ ਆ ਉਹ। ਮੈਂ ਉਹਨਾਂ ਨੂੰ ਇਹ ਕਿਹਾ, ਤੁਸੀਂ ਇਹ ਕਿਉਂ ਕਰ ਰਹੇ ਹੋ ਉਸ ਬੱਚੀ ਨਾਲ ਗੱਲ? 16 ਸਾਲ ਦੀ ਬੱਚੀ ਹੈ, ਤੁਸੀਂ ਇਹ ਕਹਿ ਰਹੇ ਹੋ ਕੈਨੇਡਾ ਜਾਓਗੇ, ਤੁਸੀਂ ਜਿਸ ਬੰਦੇ ਨਾਲ ਕਹੋਗੇ ਯੂ ਕੈਨ ਗੋ ਆਊਟ, ਤੇ ਤੁਸੀਂ ਜਿਹਦੇ ਨਾਲ ਕਹੋਗੇ ਮੈਂ ਵਿਆਹ ਕਰ ਲੂੰਗੀ। ਮੈਂ ਕਿਹਾ ਇਨਸਟੈਡ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾਣਾ ਚਾਹੋਗੇ ਬੱਚੇ, ਤੁਸੀਂ ਉੱਥੇ ਜਾਓਗੇ, ਜਿੱਥੇ ਮਰਜ਼ੀ ਪ੍ਰੋਵਿੰਸ ਦੇ ਵਿੱਚ ਜਾ ਕੇ, ਜੇ ਸਪੋਜ਼ ਕਰ ਲਓ ਵੈਨਕੂਵਰ ਦੇ ਵਿੱਚ ਚਲੇ ਜਾਂਦੇ ਆ, ਤੇ ਜੇ ਟੋਰਾਂਟੋ 'ਚ ਕਾਲਜ ਆ ਤੁਹਾਡਾ, ਮੈਂ ਤੁਹਾਨੂੰ ਉੱਥੇ ਵੀ ਭੇਜੂੰਗਾ। ਤੁਸੀਂ ਆਪਣੇ ਪੈਰਾਂ ਤੇ ਖੜੇ ਹੋਣਾ। ਸੋ ਔਰਤ ਨਾਲ ਗੱਲ ਹਮੇਸ਼ਾ ਹੀ ਵਿਆਹ ਦੀ ਕਿਉਂ ਕੀਤੀ ਜਾਂਦੀ ਹੈ? ਔਰਤ ਨਾਲ ਉਸਦੇ ਕਰੀਅਰ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਮਰਦ ਹਮੇਸ਼ਾ ਹੁੰਦਾ ਵੀ ਤੂੰ ਕਿਹੜਾ ਬਿਜ਼ਨਸ ਸ਼ੁਰੂ ਕਰਨਾ ਹੈ ਨਾ, ਤੂੰ ਕਿਹੜਾ ਕੰਮ ਕਰਨਾ। ਮਰਦ ਨਾਲ ਨਹੀਂ ਹੁੰਦਾ ਵੀ ਤੇਰਾ ਕਦੋਂ ਵਿਆਹ ਕਰ ਦਾਂਗੇ, ਤੂੰ ਫਿਕਰ ਨਾ ਕਰ। ਇਹ ਗੱਲ ਕੀ ਹੈ, ਕਿਉਂ, ਮਤਲਬ ਹੈ ਨਾ। ਮੈਨੂੰ ਲੱਗਦਾ ਕਿ ਆਪਾਂ ਔਰਤਾਂ ਨੂੰ ਤੇ ਮਰਦਾਂ ਨੂੰ, ਮਾਂ ਪਿਓ ਨੂੰ ਖਾਸ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਦੋਂ ਔਰਤ ਨਾਲ ਗੱਲ ਕਰਨਾ, ਆਪਣੀ ਬੱਚੀ ਨਾਲ ਗੱਲ ਕਰਨਾ, ਬਹੂ ਨਾਲ ਗੱਲ ਕਰਨਾ, ਤਾਂ ਉਸ ਨੂੰ ਉਹਦੇ ਸਭ ਤੋਂ ਪਹਿਲਾਂ ਉਹਨੂੰ ਕੋ ਵੀ ਫਾਈਨੈਂਸ਼ੀਅਲੀ ਤੇ ਇਮੋਸ਼ਨਲੀ, ਇੰਟੈਲੈਕਚੁਅਲੀ ਆਪਣੇ ਆਪ ਨੂੰ ਤੁਸੀਂ ਇੱਕ ਇੰਡੀਵਿਜੂਅਲ ਵਾਂਗੂ ਦੇਖੋ। ਜੇ ਤੁਸੀਂ ਦੁਨੀਆ ਨੂੰ ਕਹਿੰਦੇ ਹੋ ਕਿ ਮੈਨੂੰ ਬਰਾਬਰ ਇਕੁਏਟ ਕਰੋ, ਬਰਾਬਰ ਗੱਲ ਕਰੋ, ਤਾਂ ਕੀ ਤੁਹਾਡੀ ਬੱਚੀ ਬਰਾਬਰ ਖੜਨ ਦੇ ਹੈ ਉਸ ਦੇ ਕਾਬਲ? ਕੀ ਉਹ ਸਮਾਜ ਦੇ ਵਿੱਚ ਖੜ ਕੇ ਤੁਸੀਂ ਕਿਤੇ ਗੱਲ ਕਰ ਸਕਦੀ ਹੈ? ਪੋਲਿਟਿਕਸ ਦਾ ਪਤਾ ਉਹਨੂੰ, ਸਮਾਜ ਦੀਆਂ ਬੁਰਾਈਆਂ ਚੰਗਿਆਈਆਂ ਦਾ ਪਤਾ? ਕੀ ਉਹਨਾਂ ਬੁਰਾਈਆਂ ਚੰਗਿਆਰੀਆਂ ਬਾਰੇ, ਜਿਸ ਤਰ੍ਹਾਂ ਕਿ ਮਰਦ ਰੈਲੀਆਂ ਤੇ ਜਾਂਦੇ ਆ, ਮਰਦ ਵੱਡੀਆਂ ਆਰਗੇਨਾਈਜੇਸ਼ਨਸ ਤੇ ਜਾਂਦੇ ਆ, ਮੀਟਿੰਗਸ ਤੇ ਜਾਂਦੇ, ਕੀ ਔਰਤਾਂ ਵੀ ਜਾਂਦੀਆਂ? ਔਰਤਾਂ ਜਾ ਕੇ ਕੀ ਸਟੇਜ ਤੇ ਖੜ ਕੇ ਗੱਲਾਂ ਵੀ ਕਰਦੀਆਂ? ਆਪਾਂ ਬੱਚੀ ਨੂੰ ਉਸ ਲੈਵਲ ਤੇ, ਆਪਾਂ ਬੱਚੀਆਂ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਕਿ ਉਹ ਵਿਆਹ ਦੀ ਜਿਹੜੀ ਗੱਲ ਆ ਉਹਨੂੰ ਕਹੋ ਵੀ ਹਾਂ ਠੀਕ ਹੈ, ਦਿਸ ਇਜ਼ ਪਾਰਟ ਆਫ ਲਾਈਫ, ਪਰ ਪਹਿਲਾਂ ਤੁਸੀਂ ਇੱਕ ਪੂਰੇ ਦੇ ਪੂਰੇ ਅਕੰਪਲਿਸ਼ਡ ਇਨਸਾਨ ਬਣੋ ਤਾਂ ਕਿ ਤੁਸੀਂ ਸੋਸਾਇਟੀ ਦੇ ਵਿੱਚ ਇਕੁਅਲੀ ਕੰਟਰੀਬਿਊਟ ਕਰ ਸਕੋ। ਇੱਕ ਚੀਜ਼ ਹੋਰ ਹੈ ਕਿ ਆਪਣੇ ਕਹਿ ਦਿੰਦੇ ਨੇ ਕੁੜੀਆਂ ਰਾਜਨੀਤੀ ਦੇ ਮਾਮਲੇ 'ਚ ਦਿਮਾਗੋਂ ਕੋਰੀਆਂ ਹੁੰਦੀਆਂ, ਉਹਨਾਂ ਨੂੰ ਕੁਝ ਨਹੀਂ ਪਤਾ। ਔਰ ਇੱਕ ਚੀਜ਼, ਸਭ ਰਾਜਨੀਤੀ ਆਉਂਦੀ ਹੈ, ਜਜਮੈਂਟਲ ਹੁੰਦੇ ਨੇ ਲੋਕ ਕੁਛ, ਖਾਸ ਕਰਕੇ ਮਰਦ ਕਲਾਸ ਦੀ ਆਪਾਂ ਗੱਲ ਕਰ ਲੈਂਦੇ ਤੇ ਉਹ ਕਹਿੰਦੇ ਨੇ ਕੁੜੀਆਂ ਨੂੰ ਤਾਂ ਕੁਝ ਪਤਾ ਹੀ ਨਹੀਂ, ਇਹਨਾਂ ਨੂੰ ਰਾਜਨੀਤੀ ਤੋਂ ਦੂਰ ਰੱਖੋ। ਚਾਹੇ ਕੁਝ ਵੱਡੇ ਅਦਾਰੇ ਵੀ ਨੇ, ਉਹਨਾਂ ਦੇ ਵਿੱਚ ਵੀ ਐਵੇਂ ਹੁੰਦਾ ਕਿ ਕੁੜੀਆਂ ਨੂੰ ਰਾਜਨੀਤੀ ਵਾਲੇ ਮੈਟਰਸ ਤੋਂ ਦੂਰ ਰੱਖਿਆ ਜਾਏ, ਇਹਨਾਂ ਨੂੰ ਸਿਰਫ ਛੋਟੀਆਂ ਚੀਜ਼ਾਂ ਦੇ ਲਓ, ਇਹ ਛੋਟੀਆਂ ਚੀਜ਼ਾਂ ਕਰਕੇ ਖੁਸ਼ ਨੇ, ਕਿਉਂਕਿ ਇਹਨਾਂ ਨੂੰ ਤਾਂ ਆਪਣੇ ਰਾਈਟਸ ਤੱਕ ਨਹੀਂ ਪਤਾ। ਹਾਂ ਨਹੀਂ, ਪਰ ਉਹ ਸਹੀ ਨੇ। ਦੇਖੋ ਉਹਨਾਂ ਨੂੰ ਪਤਾ ਕਿ ਔਰਤ ਬਹੁਤ ਸਟਰੋਂਗ ਹੈ, ਉਹਨਾਂ ਨੂੰ ਪਤਾ ਕਿ ਇਸ ਦੀ ਬਰਾਬਰ ਦੀ ਵੋਟ ਆ, ਉਸਨੂੰ ਪਤਾ ਕਿ ਇਸ ਨੂੰ ਬੋਲਣਾ ਆਉਂਦਾ, ਉਸਨੂੰ ਪਤਾ ਕਿ ਇਹ ਬਰਾਬਰ ਸਾਡੇ ਜਿੱਦਣ ਖੜੀ ਹੋਗੀ ਸਾਨੂੰ ਇੱਥੇ ਰਾਹ ਨਹੀਂ ਲੱਭਣਾ। ਉਹ ਡਰਦੇ ਨੇ। ਹਾਂ, ਡਰਦੇ ਆ, ਠੀਕ ਹੈ ਜੀ। ਸੋ ਡਰਨਾ ਚਾਹੀਦਾ ਵੀ ਹੈ, ਮੈਂ ਵੀ ਡਰਾਂ। ਜੇ ਕੋਈ ਕਾਬਲ ਔਰਤ ਮੇਰੇ ਸਾਹਮਣੇ ਖੜੀ ਹੋਵੇ, ਮੈਂ ਵੀ ਸੋਚਾਂ ਯਾਰ ਕੀ ਬਾਤ ਹੈ ਨਾ। ਪਰ ਕੀ ਗੱਲ ਹੈ ਕਿ ਆਪਾਂ ਜਦੋਂ ਆਪਾਂ ਕੱਚੀ 'ਚ ਉਹਨੂੰ ਖੇਡਣ ਨਹੀਂ ਦਿੱਤਾ ਹੈ ਨਾ, ਜਦੋਂ ਤੁਸੀਂ ਕਹਿੰਦੇ ਛੋਟੇ ਹੁੰਦੇ ਸੀ ਨਾ, ਸਾਨੂੰ ਖੋ ਖਿਡਾਉਣੀ, ਅਸੀਂ ਜਿਮਨੈਸਟਿਕ ਖਿਡਾਉਣੀ, ਤੁਸੀਂ ਆਹ ਨਹੀਂ ਤੁਸੀਂ ਕੀਤਾ, ਤਾਂ ਤੁਸੀਂ ਵੱਡੇ ਲੈਵਲ ਤੇ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਕਰੋਗੇ? ਸੋ ਜਦੋਂ
ਜਦੋਂ ਔਰਤ ਨੂੰ ਪਹਿਲਾਂ ਜਦੋਂ ਕਹੋ ਨਾ ਵੀ ਓਕੇ ਬੱਚੀ ਤੂੰ ਡਿੱਗ ਜਾਏਂਗੀ ਬੱਚੇ ਨੂੰ ਤੁਰਨਾ ਨਾ ਹਿਊਮਨ ਚਾਈਲਡ ਆ ਤੇ ਜਿਸਨੂੰ ਆਪਾਂ ਉਹਨੂੰ ਤੁਰਨਾ ਨਹੀਂ ਸਿਖਾ ਰਹੀ ਮਾਂ ਵੀ ਜੇ ਤੂੰ ਤੁਰੇਂਗੀ ਤਾਂ ਡਿੱਗ ਪੈਂਗੀ, ਤੂੰ ਬੈਠੀ ਰਹਿ ਮੇਰੀ ਗੋਦ 'ਚ, ਤਾਂ ਉਹਦੀਆਂ ਲੱਤਾਂ ਦੇ ਮਸਲਸ ਵਰਕ ਨਹੀਂ ਕਰਨਗੇ ਤਾਂ ਉਹ ਕਦੇ ਵੀ ਤੁਰਨ ਨਹੀਂ ਲੱਗੂਗਾ ਬੱਚਾ, ਹੈ ਨਾ। ਜਦੋਂ ਤੁਸੀਂ ਗੋਦੀ 'ਚ ਚੱਕੀ ਰੱਖੋ 5 ਸਾਲ ਦਾ ਲੈ ਲਓ ਫਿਰ ਉਹ ਡਿੱਗੂਗਾ ਢਾਊਗਾ, ਹੈ ਨਾ। ਆਪਾਂ ਬੱਚੇ ਨੂੰ ਕਹਿੰਦੇ ਅੱਛਾ ਚੱਲ ਤੁਰ, ਤੂੰ ਡਿੱਗਿਆ ਤਾਂ ਮੈਂ ਸਾਂਭ ਲੂੰਗੀ ਨਾ। ਔਰਤ ਨੂੰ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਕਿ ਜਦੋਂ ਔਰਤ ਨੂੰ ਭਾਵੇਂ ਕਿਸੇ ਏਜ ਤੇ ਵੀ ਹੋਵੇ, ਹੁਣ ਆਪਾਂ ਵੇਟ ਨਹੀਂ ਕਰ ਸਕਦੇ ਕਿ ਵੀ ਅੱਛਾ ਜੀ ਹੁਣ ਜਿਹੜੀ ਅਗਲੀ ਜਨਰੇਸ਼ਨ ਆਊਗੀ ਨਾ ਉਹਨੂੰ ਆਪਾਂ ਬੱਚੇ ਨੂੰ ਸਿਖਾਵਾਂਗੇ ਤੇ ਮੇਰਾ ਤਾਂ ਕੰਮ ਖਤਮ ਹੋ ਗਿਆ ਟਾਈਮ। that is not the possibility. Today you start your journey today, you claim your position today. Politics ਨੂੰ ਸਮਝਣ ਦੇ ਲਈ ਵਾਕਈ ਹੀ ਤੁਹਾਨੂੰ ਸਾਲ ਲਾਉਣੇ ਪੈਣੇ, ਇਹ ਬਿਨਾਂ ਤੁਸੀਂ ਪਰ ਹਾਂ ਤੁਹਾਨੂੰ ਕਿਸੇ ਨੇ ਮਤਲਬ ਕੋਈ ਕਿਤਾਬ ਨਹੀਂ ਦੇ ਦੇਣੀ ਵੀ ਓਕੇ ਆ ਲਓ ਜੀ ਆ ਪੋਲੀਟਿਕਸ ਪੜ੍ਹ ਲਓ। ਤੁਹਾਨੂੰ ਔਰਤ ਨੂੰ ਇਹ ਸਮਝਣਾ ਜਿਹੜਾ ਹੈਗਾ ਵਕਤ ਲੱਗੂਗਾ ਪਰ ਸ਼ੁਰੂਆਤ ਕਰਨੀ ਪੈਣੀ ਹੈ। ਔਰ ਔਰਤ ਨੂੰ ਨਹੀਂ ਪਤਾ ਵੀ ਮੈਂ ਰਿਸ਼ਤਿਆਂ 'ਚ ਕਿਵੇਂ ਬਦਲਣਾ, ਪੋਲੀਟਿਕਸ ਹੀ ਹੈ ਨਾ ਉਹ ਵੀ ਮੈਂ ਹਸਬੈਂਡ ਨੂੰ ਕਿੱਦਾਂ ਖੁਸ਼ ਰੱਖਣਾ, ਮੈਂ ਮੰਮੀ ਪਾਪਾ ਨੂੰ ਉਹਨਾਂ ਨੂੰ ਵੀ ਨਹੀਂ ਦੱਸਣਾ ਵੀ ਇਹਨਾਂ ਨੇ ਕਿੱਦਾਂ ਟਰੀਟ ਕੀਤਾ, ਮੈਂ ਸਹੁਰਿਆਂ ਨੂੰ ਵੀ ਨਹੀਂ ਦੱਸਣਾ ਕਿ ਮੰਮਾ ਨੇ, ਆਪਾਂ ਨੂੰ ਪੋਲੀਟਿਕਸ ਨਹੀਂ ਪਤਾ। ਸਾਡੇ ਤੋਂ ਪੋਲੀਟਿਕਸ ਕੌਣ ਜ਼ਿਆਦਾ ਬਿਹਤਰ ਸਮਝ ਸਕਦਾ। ਔਰਤ ਨੂੰ ਜੇ ਘਰ ਨੂੰ ਸੰਭਾਲ ਸਕਦੀ ਹੈ ਉਸ ਨੂੰ ਇੱਕ ਕੰਪਲੈਕਸਿਟੀ ਦੇ ਲੈਵਲ ਤੇ ਲੈ ਕੇ ਜਾਣ ਦੇ ਲਈ ਜ਼ਰੂਰ ਉਹਨੂੰ ਪੜ੍ਹਾਈ ਕਰਨੀ ਪੈਣੀ ਆ, ਇਨਵੈਸਟਮੈਂਟ ਕਰਨੀ ਪੈਣੀ ਆ। ਅੱਜ ਕੱਲ੍ਹ YouTube ਦਾ ਹੋਰ ਬਹੁਤ ਚੀਜ਼ਾਂ ਦੇਖੀ ਜਾਂਦੇ ਆਪਾਂ, ਉੱਥੇ ਤੁਸੀਂ ਕੋਈ ਵੀ 2 4 3 ਜਿਹੜੇ ਤੁਹਾਨੂੰ ਲੱਗਦਾ ਕਿ ਗੁੱਡ ਚੈਨਲਸ ਨੇ ਤੁਸੀਂ ਉਹਨਾਂ ਨੂੰ ਰੈਗੂਲਰਲੀ ਜਸਟ ਲਿਸਨ ਕਰਨ ਲੱਗ ਜਾਓ। You will start understanding PPPI ਆਮ ਆਦਮੀ ਪਾਰਟੀ ਆਈ, ਉਹਨਾਂ ਲੋਕਾਂ ਨੇ ਸੋਚਣ ਲਾ ਦਿੱਤਾ ਵੀ we should think। ਜਦੋਂ ਹੁਣ ਐਡਾ ਵੱਡਾ ਪ੍ਰੋਟੈਸਟ ਪੰਜਾਬ ਦੇ ਵਿੱਚ ਹੋ ਗਿਆ, ਹੁਣ ਤਾਂ ਮੈਨੂੰ ਲੱਗਦਾ ਕਿ ਜੇ ਔਰਤਾਂ ਨੂੰ ਹਜੇ ਤੱਕ ਜਾਗ ਨਹੀਂ ਲੱਗਿਆ ਤਾਂ ਮਤਲਬ ਬਹੁਤ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀਆਂ ਤਾਂ ਹਾਂਜੀ ਤੇ ਬਹੁਤ ਅਵੇਅਰਨੈਸ ਹੋਈ ਹੈ। ਪਰ ਮੈਨੂੰ ਲੱਗਦਾ ਕਿ ਜਿਹੜੀ ਪੰਜਾਬਣ ਹਜੇ ਉਹਦੀ ਜਿਹੜੀ ਉਹਦਾ ਸਫ਼ਰ ਲੰਮਾ, ਸੋਸ਼ਲ ਸਿਕਿਉਰਿਟੀ, ਹਾਂਜੀ। ਤਾਂ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਿਕਿਉਰ ਕਰੋ। ਤੁਸੀਂ ਜਦੋਂ ਆਪਣੇ ਆਪ ਨੂੰ ਸਿਕਿਉਰ ਕਰ ਲਿਆ, ਜਦੋਂ ਪੈਸਾ ਬਹੁਤ ਵੱਡੀ ਚੀਜ਼ ਹੈ ਇੱਥੇ, ਹੈ ਨਾ। ਪੈਸੇ ਦੀ ਕੋਈ ਵੈਲਿਊ ਨਹੀਂ ਜੇ ਪਿਆਰ ਦੀ ਗੱਲ ਨਹੀਂ ਹੁੰਦੀ, ਪਰ ਜੇ ਤੁਹਾਡੇ ਕੋਲੇ ਪੈਸਾ ਨਹੀਂ ਤਾਂ ਕੋਈ ਬੰਦਾ ਨੇੜੇ ਤੇੜੇ ਸੀਰੀਅਸ ਨਹੀਂ ਲੈਂਦਾ। ਸੋ ਇਸੇ ਕਰਕੇ ਐਜੂਕੇਸ਼ਨ ਕਰਕੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਿਕਿਉਰ ਕਰੋ। ਉਸ ਤੋਂ ਬਾਅਦ ਦਿਮਾਗ ਨੂੰ ਖੋਲ ਕੇ ਵੀ ਓਕੇ ਹੁਣ ਮੈਂ ਘਰ ਤੋਂ ਬਾਅਦ ਸਮਾਜ ਦੇ ਵਿੱਚ ਪੈਰ ਪਾਉਣਾ ਸ਼ੁਰੂ ਕਰਨਾ ਆਸੇ ਪਾਸੇ। ਇੱਕ ਇਹ ਹੈ ਕਿ ਫਾਈਨੈਂਸ਼ੀਅਲੀ ਸਿਕਿਉਰ ਹੋਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਸੋਸ਼ਲ ਸਿਕਿਉਰ ਹੋਣ ਦੀ ਲੋੜ ਹੈ। ਉੱਥੇ ਬਹੁਤ ਜ਼ਿਆਦਾ ਹਰਡਲਸ ਨੇ, ਬਹੁਤ ਜ਼ਿਆਦਾ ਚੁਣੌਤੀਆਂ ਆ ਜਾਂਦੀਆਂ ਨੇ। ਆਪਾਂ ਇੰਡੀਆ ਦੀ ਗੱਲ ਕਰ ਲਈਏ, ਆਪਾਂ ਫੋਰਨ ਕੰਟਰੀਜ਼ ਦੀ ਵੀ ਗੱਲ ਕਰ ਲੈਂਦੇ ਹਾਂ। ਇੱਥੋਂ ਕੁੜੀਆਂ ਜਾਂਦੀਆਂ ਨੇ, ਪੜ੍ਹਨ ਦੇ ਲਈ ਜਾਂਦੀਆਂ ਨੇ, ਚਾਹੇ ਕੰਮ ਕਰਨ ਲਈ ਜਾਂਦੀਆਂ ਨੇ, ਸੇਮ ਚੀਜ਼ਾਂ ਦੋਨਾਂ ਥਾਵਾਂ ਤੇ ਆਉਂਦੀਆਂ ਨੇ। ਦੇਖੋ ਹੈ ਪਰ ਉੱਥੇ ਘੱਟ ਹੈ, ਇਹ ਨਹੀਂ ਮੈਂ ਕਹਿੰਦੀ ਵੀ ਉੱਥੇ ਈਜ਼ੀ ਹੈ। ਬੱਚੀਆਂ ਨੂੰ ਮੈਂ ਕਦੇ ਵੀ ਇੱਥੋਂ ਦੇ ਮਾਂ ਬਾਪ ਨੂੰ ਕਈ ਵਾਰੀ ਇੱਕ ਵਾਰੀ ਨੈਗੇਟਿਵ ਜਿਹੀ ਚੀਜ਼ ਚੱਲੀ ਸੀ, ਉਦੋਂ ਵੀ ਮੈਂ ਆਬਜੈਕਟ ਕੀਤਾ ਸੀ। ਮੈਂ ਕਿਹਾ ਹੁਣ ਤੁਸੀਂ ਧੀਆਂ ਨੂੰ ਫੇਰ ਮੈਂ ਕਿਹਾ ਕੰਬਲਾਂ 'ਚ ਲਪੇਟ ਕੇ ਆਪਣੇ ਦਰਵਾਜ਼ੇ ਬੰਦ ਕਰਕੇ ਤੁਸੀਂ ਰੱਖੋਗੇ ਵੀ ਹਾਏ ਹਾਏ ਉੱਥੇ ਪਤਾ ਨਹੀਂ ਕਿਹੜੇ ਭੂਤ ਤੁਰੇ ਫਿਰਦੇ ਆ ਜਾਂ ਕੀ ਹੋਸ਼ਣ ਕੀ ਹੋ ਜਾਊਗਾ, ਵੱਧ ਤੋਂ ਵੱਧ ਕੀ ਹੋ ਜਾਊਗਾ ਨਾ। ਵੀ ਤੁਸੀਂ ਬੱਚੇ ਦੇ ਨਾਲ ਕਿੱਡੀ ਕੁ ਵੱਡੀ ਗਲਤੀ ਹੋ ਜਾਣੀ ਜਿਹੜੀ ਆਪਣੇ ਉਹ ਦੁਆਰੇ ਪੈਰਾਂ ਤੇ ਖੜੀ ਹੋ ਜਾਊਗੀ, ਹੈ ਨਾ। ਤੇ ਨਹੀਂ, ਤੁਸੀਂ ਬੱਚੀਆਂ ਨੂੰ ਭਰੋਸਾ ਰੱਖੋ। ਜੇ ਤੁਸੀਂ ਆਪਣੀ ਪੈਰੈਂਟਿੰਗ ਤੇ ਭਰੋਸਾ ਰੱਖੋ ਸਭ ਤੋਂ ਪਹਿਲਾਂ, ਹੈ ਨਾ। ਤੇ ਕਹਿੰਦੇ ਹੁੰਦੇ ਐਪਲ ਡਜ਼ਨਟ ਫਾਲ ਵੈਰੀ ਫਾਰ ਫਰਮ ਦ ਟਰੀ। ਜੇ ਦਰਖਤ ਤੁਹਾਡਾ ਮਜ਼ਬੂਤੀ ਦਾ ਤੁਸੀਂ ਬੱਚੇ ਨੂੰ ਦੱਸਿਆ ਹੋਇਆ ਕਿ ਆਪਣੀ ਸੇਫਟੀ ਕਿੱਦਾਂ ਰੱਖਣੀ ਹੈ, ਤੁਸੀਂ ਕਿਸ ਤਰ੍ਹਾਂ ਦੇ ਚੈਲੰਜ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਤਾਂ ਮੈਨੂੰ ਲੱਗਦਾ ਕਿ ਬੱਚੀਆਂ ਇੱਕ ਵਾਰੀ ਡਿੱਗਣਗੀਆਂ, 2 ਵਾਰੀ ਡਿੱਗਣਗੀਆਂ, ਕਿਹੜਾ ਮੁੰਡਾ ਨਹੀਂ ਫੇਲ ਹੋਇਆ। ਆਪਾਂ ਔਰਤ ਨੂੰ ਫੇਲ ਹੋਣ ਨਹੀਂ ਦਿੰਦੇ। ਜਦੋਂ ਇੱਕ ਵਾਰੀ ਫੇਲ ਹੋ ਗਈ ਖਤਮ, ਵੀ ਮਤਲਬ ਹੁਣ ਤੂੰ ਪੈਕ ਹੋ ਜਾ, ਤੂੰ ਖਤਮ ਹੋ ਜਾ, ਡਿਸਅਪੀਅਰ ਫਰਮ ਦਿਸ ਯੂ ਹੈਡ ਵਨ ਬੈਡ ਮੈਰਿਜ, ਤਾਂ ਹੁਣ ਤੁਸੀਂ ਮਤਲਬ ਖਤਮ ਹੋ ਗਏ। ਤੁਸੀਂ ਕੋਈ ਫੇਲ ਹੋ ਗਿਆ ਟੈਸਟ ਤਾਂ ਵੀ ਤੂੰ ਤਾਂ ਪੜ੍ਹ ਨਹੀਂ ਸਕਦੀ, ਮਤਲਬ ਯੂ ਆਰ ਡਨ ਫਿਨਿਸ਼ਡ। ਮੁੰਡੇ ਆ 50 ਗਲਤਾਂ ਕਰ ਲੈਣੇ, ਆਪਾਂ ਉਹਨਾਂ ਨੇ ਚੱਲ ਕੋਈ ਨਹੀਂ ਫੇਰ ਸਹੀ, ਫੇਰ ਲੈ ਜਾ 2-4 ਹੋਰ ਲੱਖ ਚਾਹੀਦੇ, ਤੂੰ ਦੂਜੀ ਕੋਈ ਫੀਸ ਭਰ ਦੇ ਜੇ ਇੱਥੇ ਫੇਲ ਵੀ ਹੋ ਗਿਆ। ਸੋ ਵੱਡੀ ਜ਼ਿੰਮੇਵਾਰੀ ਮੈਂ ਕਹਿੰਦੀ ਹਾਂ ਵੀ ਪੈਰੈਂਟਸ 'ਤੇ ਹੈ। ਪਰ ਜਿਹੜੀਆਂ ਬੱਚੀਆਂ ਹੁਣ 20-25 ਸਾਲ ਦੀਆਂ ਹੋ ਗਈਆਂ, ਉਹਨਾਂ ਨੂੰ ਆਪਣੇ ਆਪ 'ਤੇ ਜ਼ਿੰਮੇਵਾਰੀ ਲੈਣੀ ਪੈਣੀ ਆ। ਭਾਵੇਂ ਪੈਰੈਂਟਸ ਨੇ ਹੁਣ ਸਿਖਾਇਆ ਜਾਂ ਨਹੀਂ ਸਿਖਾ ਸਕੇ, ਹੈ ਨਾ। ਵਕਤ ਜਿਹੜਾ ਹੁਣ ਤੁਹਾਡੇ ਕੋਲੇ, ਅੱਜ ਜੇ ਤੁਸੀਂ ਕੈਨੇਡਾ 'ਚੋਂ, ਅੱਜ ਤੁਸੀਂ ਅਮਰੀਕਾ, ਅੱਜ ਤੁਸੀਂ ਇੰਡੀਆ ਦੇ ਵਿੱਚ ਵੀ ਹੋ, ਹੈ ਨਾ, ਤੁਹਾਨੂੰ ਆਪਣੇ ਪੈਰਾਂ 'ਤੇ ਖੜਨ ਦਾ ਵਸੀਲਾ ਲੱਭਣਾ ਪੈਣਾ। ਅੱਜ ਮੈਂ ਕਹਿੰਦੀ ਜੇ ਤੁਸੀਂ ਸੂਟ ਸਮਾਉਣਾ ਹੋਵੇ ਨਾ, ਮੈਂ ਤੇ ਸੂਟ ਦੇਣ ਗਈ ਸੀ 2200 ਦਾ ਦਿੰਦਾ। ਮੈਂ ਕਿਹਾ 2200 ਇੱਕ ਸੂਟ, ਠੀਕ ਹੈ ਕਿ ਨਹੀਂ। ਜੇ ਕੋਈ ਕੁੜੀ ਕਹਿੰਦੀ ਮੇਰੇ ਕੋਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਹੈਗੀ, ਮੈਂ ਕਹਿੰਦੀ ਇੱਕ ਸੂਟ ਸਾਦਾ ਜਿਹਾ ਸਿਉਣਾ ਹੋਵੇ 2200 ਰੁਪਈਆ ਮਿਲਦਾ, ਕਮਾਲ ਦੀ ਗੱਲ ਹੈ। ਮਤਲਬ ਹੈ ਕਿ ਹਿੰਮਤ ਕਰਨੀ ਪੈਣੀ ਆ ਵੀ ਓਕੇ ਜੇ ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਹੈ ਤਾਂ ਮੈਂ ਸੂਟ ਸਿਉਣੇ ਸਿੱਖ ਲੈਣੇ ਆ, ਤੇ ਮੈਂ ਚੱਲ 2200 ਨਾ ਸਹੀ ਮੈਂ 1400 ਲੈ ਲੂੰ, ਮੈਂ 1000 ਲੈ ਲੂੰ, ਪਰ ਮੈਂ ਪੈਸੇ ਇਕੱਠੇ ਕਰਨੇ, ਇਕੱਠੇ ਕਰਕੇ ਉਸ ਤੋਂ ਬਾਅਦ ਮੈਂ ਉਹ ਕੋਰਸ ਕਰਨਾ। ਮੈਂ ਤਦ ਤੱਕ ਟਾਈਮ ਟੱਪ ਜਾਂਦਾ ਹੈ, ਤਦ ਤੱਕ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ, ਬੱਚਿਆਂ ਦੀ ਬਰੀਡਿੰਗ ਸ਼ੁਰੂ ਹੋ ਜਾਂਦੀ ਹੈ। ਤੁਸੀਂ ਘਰ ਬੈਠਣ ਲਈ ਰੈਡੀ ਹੋ ਜਾਂਦੇ ਹੋ ਕਿ ਅਸੀਂ ਰੈਡੀ ਹਾਂ ਜੀ, ਹੁਣ ਅਸੀਂ ਘਰ ਬੈਠਣਾ। ਅੱਛਾ ਤੁਸੀਂ ਨਾ, ਮੈਂ ਰਾਜ਼ੀ ਹਾਂ ਤੁਹਾਡੇ ਨਾਲ। ਦੇਖੋ ਦਿੱਕਤਾਂ ਵਾਕਈ ਹੀ ਬਹੁਤ ਨੇ,
ਪਰ ਜਦੋਂ ਆਪਾਂ ਇਹ ਸੋਚ ਲੈਂਦੇ ਕਿ ਹੁਣ ਵਿਆਹ ਹੋ ਗਿਆ ਤਾਂ ਹੁਣ ਮਤਲਬ ਵਿਆਹ ਹੋ ਗਿਆ ਹੁਣ ਆਈ ਐਮ ਡਨ, ਠੀਕ ਹੈ ਕਿ ਨਹੀਂ, ਇਸ ਸੋਚ ਨੂੰ ਵੀ ਚੈਲੰਜ ਕਰਨਾ ਪੈਣਾ ਆਪਾਂ ਨੂੰ ਕਿ ਹੁਣ ਸਾਡਾ ਵਿਆਹ ਹੋ ਗਿਆ ਵੀ ਹਾਂ ਯੂ ਐਂਡ ਆਈ ਆਰ ਪਾਰਟਨਰ, ਤੂੰ ਤੇ ਮੈਂ ਆਪਾਂ ਹਿੱਸੇਦਾਰ ਹਾਂ ਜ਼ਿੰਦਗੀ ਨੂੰ ਇਕੱਠੇ ਜਿਉਣਾ। ਤੂੰ ਮੇਰਾ ਕੋਈ ਮਤਲਬ ਪਰਮਾਤਮਾ ਨਹੀਂ ਹੈ ਤੇ ਨਾ ਹੀ ਮੈਂ ਕੋਈ ਦੇਵੀ ਹਾਂ ਜਿਹੜੀ ਤੈਨੂੰ ਮਤਲਬ ਕੋਈ ਵਰਦਾਨ ਦੇਣ ਵਾਲੀ ਹਾਂ, ਠੀਕ ਨਹੀਂ। ਜੇ ਮੈਂ ਰੋਟੀ ਪਾਣੀ ਬਣਾ ਕੇ ਘਰ ਦਾ ਸੰਭਾਲਦੀ ਹਾਂ, ਤੂੰ ਰੋਟੀ ਪਾਣੀ ਮਤਲਬ ਦੇ ਲਈ ਪੈਸੇ ਲਿਆਉਣਾ, ਠੀਕ ਹੈ ਕਿ ਨਹੀਂ। ਪਰ ਉਹਦੇ ਵਿੱਚ ਮੇਰੀ ਰਿਸਪੈਕਟ ਨੂੰ ਤੂੰ ਕੰਪਰੋਮਾਈਜ਼ ਕਰੇ, ਮੈਨੂੰ ਗਾਲ ਕੱਢੇ, ਸੌਰੀ ਇਹ ਮਨਜ਼ੂਰ ਨਹੀਂ। ਹਾਂ ਮਤਲਬ ਹੁਣ ਜੇ ਔਰਤ ਹੀ ਵਕਤ ਤੋਂ ਬਾਹਰ ਤੁਸੀਂ ਕੋਈ ਚੀਜ਼ ਮਤਲਬ ਦਾਇਰਿਆਂ ਤੋਂ ਬਾਹਰ ਬਹੁਤ ਵੱਡੇ ਦਾਇਰਿਆਂ ਤੋਂ ਬਾਅਦ ਕੋਈ ਗੱਲ ਕਰੇ, ਗੱਲ ਵੱਖਰੀ ਹੈ। ਪਰ ਜੇ ਔਰਤ ਕਵੇ ਵੀ ਮੈਂ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹਾਂ, ਵੀ ਮੈਂ ਚਾਹੁੰਦੀ ਹਾਂ ਕਿ ਆਪਾਂ ਫਾਈਨੈਂਸ਼ੀਅਲੀ ਮੈਂ ਵੀ ਉਨੀ ਕੰਟਰੀਬਿਊਟ ਕਰ ਸਕਾਂ, ਮੈਂ ਆਪਣੀ ਐਜੂਕੇਸ਼ਨ ਨੂੰ ਮੈਂ ਆਪਣੇ ਇੰਟਰਸਟ ਨੂੰ ਡਿਵੈਲਪ ਕਰਨਾ ਚਾਹੁੰਦੀ ਹਾਂ ਤੇ ਵੀ ਆਪਾਂ ਕਰਾਂਗੇ, ਉਹਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਮੈਂ ਕੈਨੇਡਾ ਦੇ ਵਿੱਚ ਔਰਤਾਂ ਕਹਿੰਦੀਆਂ ਅੱਛਾ ਮੈਂ ਪੁੱਛੂੰਗੀ ਜੇ ਮੈਂ ਅਲਾਊਡ ਹਾਂ ਉੱਥੇ ਜਾਣਾ। ਮੈਂ ਕਿਹਾ ਅਲਾਊਡ ਵੀ ਮਤਲਬ ਤੁਸੀਂ ਕੀ ਕੁੱਤਾ ਬਿੱਲੀ ਹੋ ਹੈ ਵੀ ਤੁਸੀਂ ਤਾਂ ਦਰਵਾਜ਼ਾ ਖੋਲੋਗੇ ਤਾਂ ਫਿਰ ਤੁਸੀਂ ਅਲਾਊਡ ਹੋ ਜਾ ਕੇ ਤੁਸੀਂ ਵਾਸ਼ਰੂਮ ਯੂਜ਼ ਕਰਿਆ ਵੀ ਜਾ ਕੇ ਪੀ। ਤੁਸੀਂ ਇਨਸਾਨ ਹੋ, ਤੁਹਾਨੂੰ ਔਰਤ ਨੂੰ ਇੰਨਾ ਕੁ ਤਾਂ ਰਿਅਲਾਈਜ਼ ਹੋਣਾ ਚਾਹੀਦਾ ਕਿ ਮੈਂ ਜਿਉਂਦੀ ਜਾਗਦੀ ਚੀਜ਼ ਹਾਂ, ਮੇਰੀ ਜ਼ਿੰਦਗੀ ਤੇ ਮੇਰਾ ਹੱਕ ਹੈ, ਠੀਕ ਹੈ ਕਿ ਨਹੀਂ। ਮੈਂ ਵੱਧ ਤੋਂ ਵੱਧ ਕੀ ਹੁੰਦਾ, ਵੱਧ ਤੋਂ ਵੱਧ ਨਾ ਵੀ ਅੱਛਾ ਜੇ ਤੂੰ ਵਾਲੇ ਬੋਲੇਂਗੀ ਤਾਂ ਮੈਂ ਤੈਨੂੰ ਘਰੇ ਭੇਜ ਦੂੰਗਾ ਪੇਕਿਆਂ ਦੇ ਨਾ, ਆਹ ਡਰਾਮਾ ਹੁੰਦਾ। ਫਿਰ ਮਾਂ ਪਿਓ ਹੁੰਦੇ ਹਾਏ ਹਾਏ ਇੰਨਾ ਵਿਆਹ ਕਰ। ਮੈਨੂੰ ਲੱਗਦਾ ਕਿ ਇਹ ਸਾਰੇ ਡਰ ਹੈ ਜਿਹੜੇ ਉਹਨਾਂ ਨੂੰ ਫੇਸ ਕਰਨਾ ਪੈਣਾ। ਪਰ ਮਤਲਬ ਹੈ ਕਿ ਇਹ ਨਹੀਂ ਵੀ ਆਪਾਂ ਛੱਡ ਛੜਾਈ ਕਰ ਦੇਣੀ ਹੈ, ਪਰ ਮਤਲਬ ਇਹ ਵੀ ਕਿ ਉਸਨੂੰ ਪਤਾ ਹੋਵੇ ਕਿ ਇਹ ਦਾਇਰਾ ਹੈ ਕਿ ਜਿਸ ਦੇ ਵਿੱਚ ਤੂੰ ਗਾਲ ਨਹੀਂ ਕੱਢ ਸਕਦਾ, ਜਿਸ ਦੇ ਵਿੱਚ ਮੈਂ ਤੈਨੂੰ ਗਾਲ ਨਹੀਂ ਕੱਢੂੰਗੀ, ਤੂੰ ਹੱਥ ਨਹੀਂ ਚੱਕੇਗਾ ਮੈਂ ਹੱਥ ਨਹੀਂ ਚੱਕੂੰਗੀ, ਤੂੰ ਮੈਨੂੰ ਗੱਲਾਂ ਬਾਤੀ ਕੋਈ ਮੇੜਾ ਨਹੀਂ ਸੁਣਾਏਗਾ ਤੇ ਮੈਂ ਤੇਰੀ ਗੱਲਾਂ। ਆਪਾਂ ਇੱਕ ਟੀਮ ਦੇ ਪਲੇਅਰ ਹਾਂ, ਰਾਈਟ। ਆਪਾਂ ਇੱਕ ਟੀਮ, ਆਪਾਂ ਇੱਕ ਜ਼ਿੰਦਗੀ ਨੂੰ ਇਕੱਠੇ ਜਿਉਣ ਦਾ ਸਲੀਕਾ ਜਿਹੜਾ ਹੈ ਆਪਾਂ ਜਿਉਣਾ। ਸੋ ਤੁਸੀਂ ਉਹੋ ਜਿਹੇ, ਮੈਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤ ਯੂਟੋਪੀਆ ਦੀ ਗੱਲ ਕਰਦੀ ਹਾਂ ਕਿ ਸ਼ਾਇਦ ਇਹ ਬਹੁਤ ਚੀਜ਼ਾਂ ਹਾਰਡ ਨੇ, ਬਹੁਤ ਔਖਾ ਕੰਮ ਹੈ। ਪਰ ਔਰਤ ਨੂੰ ਇਹ ਸੋਚਣਾ, ਹਰ ਇੱਕ ਬੱਚੀ ਜਿਹੜੀ ਵਿਆਹ ਕਰ ਰਹੀ ਹੈ ਉਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਮੈਂ ਕੀ ਉਸ ਪਾਰਟਨਰ 'ਤੇ ਭਰੋਸਾ ਕਰ ਸਕਦੀ ਹਾਂ ਕਿ ਮੈਨੂੰ ਉਹ ਰਿਸਪੈਕਟ ਦੇਊਗਾ ਸਭ ਤੋਂ ਪਹਿਲੀ ਨਾ, ਤੇ ਕੀ ਮੈਂ ਉਸ ਨੂੰ ਜੇ ਜ਼ਰੂਰਤ ਪਵੇ ਵੀ ਫਾਈਨੈਂਸ਼ੀਅਲੀ ਸਪੋਰਟ ਕਰਨ ਦੀ, ਕੀ ਮੈਂ ਵੀ ਉਸ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੀ ਹਾਂ ਇੰਸਟੈਡ ਆਫ ਥਿੰਕਿੰਗ ਕਿ ਉਹੀ ਮਤਲਬ ਲਿਆਊਗਾ ਰੋਟੀ ਤੇ ਮੈਂ ਬਣਾਉਂਗੀ। ਬਰਾਬਰਤਾ ਦੀ ਜਿਹੜੀ ਹੈ ਕਿ ਜੇ ਹੁਣ ਇੱਕ ਵਰਲਡ ਹੋ ਗਿਆ, ਪਹਿਲਾਂ ਇਹ ਸੀਗਾ ਵੀ ਵੱਖਰੀ ਗੱਲ ਸੀ ਨਾ, ਇਮੀਗ੍ਰੇਸ਼ਨ ਹੁੰਦੀ ਸੀ, ਕੁੜੀਆਂ ਮੁੰਡਿਆਂ ਦੀ ਗੱਲ ਵੱਖਰੀ ਸੀ। ਅੱਜ ਜਿਹੜਾ ਮੈਨੂੰ ਲੱਗਦਾ ਕਿ ਵਰਲਡ ਇੰਨਾ ਕੁ ਖੁੱਲ੍ਹ ਗਿਆ, ਅੱਜ ਦਾ ਜਿਹੜਾ ਪੰਜਾਬ ਹੈ ਜਿੱਥੇ ਬੱਚੇ ਬੱਚੀਆਂ ਦੋਨੇ ਬਾਹਰ ਅੰਦਰ ਜਿੱਥੇ ਵੀ ਮਤਲਬ ਬਾਕੀ ਵਰਲਡ ਦੇ ਵਿੱਚ ਬਰਾਬਰ ਜਾ ਰਹੇ, ਅੱਜ ਦੇ ਵਰਲਡ ਦੇ ਵਿੱਚ ਔਰਤ ਨੂੰ ਪਾਸਟ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ, ਪ੍ਰੈਜ਼ੈਂਟ ਦੇ ਵਿੱਚ ਹੈ। ਪ੍ਰੈਜ਼ੈਂਟ ਦੇ ਵਿੱਚ ਜਿਹੜੀਆਂ ਨੇ ਚੋਇਸਿਸ ਡਿਫਰੈਂਟ ਬਣਾਈਆਂ ਜਾ ਸਕਦੀਆਂ। ਚੋਇਸਿਸ ਹਾਰਡ ਹੁੰਦੀਆਂ, ਬੇਟੀਆਂ ਦੇ ਲਈ ਹਾਰਡ ਹੁੰਦੀਆਂ, ਪਰ ਉਹ ਹਾਰਡ ਚੋਇਸਿਸ ਤੁਹਾਨੂੰ ਜੇ ਬਣਾਉਣੀਆਂ ਪੈਂਦੀਆਂ ਦੈਨ ਡੋਂਟ ਬੀ ਅਫਰੇਡ, ਪੇ ਦ ਪ੍ਰਾਈਸ। ਜੇ ਤੁਹਾਨੂੰ ਫਰੀडम है ना, जो इंडिया ने भी फ्रीडम ली सी, इतना नहीं सिर्फ हाँ हमको फ्रीडम दे दो, हम बहुत अच्छे हैं, हमको दे दो फ्रीडम, है ना, नहीं मिली ना। सो ਉਹਦੇ ਲਈ ਕੁਰਬਾਨੀ ਦੇਣੀ ਪਈ, ਕਿੰਨੇ ਲੋਕਾਂ ਨੇ ਸਾਈਕੋਲੋਜੀਕਲੀ ਕਿੰਨੀ ਅਵੇਅਰਨੈਸ ਹੋਈ, ਕਿੰਨਾ ਕੁਛ ਕਰਨਾ ਪਿਆ ਆਪਾਂ ਨੂੰ। ਤੇ ਔਰਤ ਦੀ, ਹਰ ਇੱਕ ਔਰਤ ਦੀ ਇੰਡੀਵਿਜੂਅਲ ਆਜ਼ਾਦੀ ਲਈ ਵੀ ਇੱਕ ਉਹਦੀ ਆਪ ਦੀ ਲੜਾਈ ਹੈ ਤੇ ਉਹ ਲੜਨੀ ਉਹਨੂੰ ਪੈਣੀ ਆ, ਉਹਨੂੰ ਫੇਸ ਕਰਨੀ ਪੈਣੀ ਆ। ਇਸ ਤੋਂ ਆਪਾਂ ਮੁੱਕਰ ਨਹੀਂ ਸਕਦੇ ਤੇ ਉਹਦੇ 'ਚ ਚੋਇਸਿਸ ਹਾਰਡ ਆਉਣਗੀਆਂ ਤੇ ਉਹਦੇ ਲਈ ਤੁਸੀਂ ਕਿਸ ਤਰ੍ਹਾਂ ਕਨਸਲਟੇਸ਼ਨ ਕਰਕੇ, ਕਿਸ ਤਰ੍ਹਾਂ ਉਸ ਮਾਹੌਲ ਨੂੰ ਜੋ ਵਿਗੜਦਾ ਹੈ ਕਈ ਵਾਰੀ, ਉਸ ਨੂੰ ਕਿਸ ਤਰ੍ਹਾਂ ਪਿਆਰ ਨਾਲ ਜਾਂ ਸਟ੍ਰਿਕਟ ਹੋ ਕੇ ਤੁਹਾਨੂੰ, ਕਿਉਂਕਿ ਉਸ ਬੰਦੇ ਨੂੰ ਜਿਸ ਦੇ ਨਾਲ ਤੁਸੀਂ ਜ਼ਿੰਦਗੀ ਬਿਤਾਉਣੀ ਉਹਨੂੰ ਵੀ ਤੁਹਾਡੀ ਉਨੀ ਕੀ ਲੋੜ ਹੈ। ਉਹ ਵੀ ਨਹੀਂ ਚਾਹੁੰਦਾ ਜਾ ਮੈਂ ਕੋਈ ਨਹੀਂ ਵਟਐਵਰ ਐਲਸ, ਹੈ ਨਾ। ਉਸ ਨੂੰ ਵੀ ਪਿਆਰ ਮੁਹੱਬਤ ਦੀ ਜ਼ਰੂਰਤ ਹੈ। ਤਾਂ ਉਸ ਨੂੰ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਇੱਕ ਦਾਇਰੇ ਦੇ ਵਿੱਚ ਇਕੱਠੇ ਰੱਖਣਾ ਤੇ ਨਾਲ ਇੱਕ ਸਨਮਾਨ ਵਾਲਾ ਰੱਖਣਾ, ਕਿਉਂਕਿ ਸਨਮਾਨ ਵਾਲੇ ਰਿਸ਼ਤੇ ਦੇ ਵਿੱਚ ਦੋਨਾਂ ਦੀ ਗਰੋਥ ਆ। ਕਿਉਂਕਿ ਔਰਤ ਦੀ ਜਿਹੜੀ ਗਰੋਥ ਹੈ ਨਾ ਯੂਜਲੀ ਸਟੈਗਨੈਂਟ ਹੋ ਜਾਂਦੀ ਹੈ ਵਿਆਹ ਤੋਂ ਬਾਅਦ ਵੀ। ਓਕੇ ਜੀ ਇੰਨਾ ਪੜ੍ਹ ਲਏ, ਆਹ ਜੌਬ ਹੋ ਗਈ, ਹੁਣ ਆਪਾਂ ਇੱਥੇ ਰਹਾਂਗੇ। ਮਰਦ ਜਿਹੜਾ ਆ ਉਦੋਂ ਬਾਅਦ ਬੂਸਟ ਕਰਦਾ ਕਿਉਂਕਿ ਉਸਨੂੰ ਇੱਕ ਫੁੱਲ ਸਪੋਰਟ ਹੁਣ ਮਿਲ ਗਈ ਹੈ। ਸੋ ਹਰ ਬੱਚੀ ਨੂੰ ਆਪਣੀ ਆਜ਼ਾਦੀ ਦੀ ਤੇ ਆਪਣੀ ਰਿਸਪੈਕਟ ਦੀ ਆਪ ਜ਼ਿੰਮੇਵਾਰੀ ਲੈਣੀ। ਆਪਾਂ ਕਲਚਰਲ ਇੰਪੈਕਟਸ ਦੀ ਗੱਲ ਕਰ ਰਹੇ ਸੀ ਤਾਂ ਕਲਚਰ ਦੀ ਵੀ ਗੱਲ ਕਰ ਲੈਂਦੇ ਹਾਂ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨੇ, ਕੀ ਕੁਝ ਫਰਕ ਰਹਿੰਦਾ ਕਿ ਜੋ ਉੱਧਰ ਲੋਕ ਰਹਿੰਦੇ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਕਿ ਇਸ ਤਰ੍ਹਾਂ ਦੇ ਕਲਚਰ ਨੂੰ ਅਡੋਪਟ ਕਰ ਪਾਉਂਦੇ ਨੇ, ਜੋ ਚੀਜ਼ਾਂ ਅਸੀਂ ਦੇਖਦੇ ਕਰਦੇ ਹਾਂ ਇੱਧਰ, ਕਿ ਉਹਨਾਂ ਨੂੰ ਵੀ ਸੇਮ ਹੀ ਆਉਂਦੀਆਂ ਹੋਵੇ? ਉਹ ਕਹਿੰਦੇ ਜਿਹੜਾ ਇੱਥੇ ਬੁੱਧੂ ਲਾਹੌਰ 'ਚ ਵੀ ਬੁੱਧੂ। ਸੋ ਇਸ ਤਰ੍ਹਾਂ ਕਿ ਮੈਂ ਫਿਰ ਉੱਥੇ ਜਿੱਥੇ ਆਪਾਂ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਨਾ ਕਿ ਜਿਹੜੇ ਬੀਜ ਦੇ ਵਿੱਚ ਗੁਣ ਆ ਨਾ,
ਤੇ ਉਹ ਜ਼ਰਖੇਜ਼ ਮਿੱਟੀ ਤੇ ਜਿੱਥੇ ਵੀ ਡਿੱਗੂਗਾ, ਇੱਥੇ ਡਿੱਗੇ ਭਾਵੇਂ ਕੈਨੇਡਾ 'ਚ ਡਿੱਗੇ, ਉਹਨੇ ਉੱਗ ਜਾਣਾ। ਸੋ ਇੱਕ ਤਾਂ ਜ਼ਿੰਮੇਵਾਰੀ ਮਾਂ ਪਿਓ ਦੀ ਹੈ ਕਿ ਤੁਸੀਂ ਬਹੁਤ ਜ਼ਹੀਨ, ਰਿਸਪੈਕਟਫੁਲ ਤੇ ਸੈਂਸਿਟਿਵ ਲੋਕ, ਇਮੋਸ਼ਨਲ ਲੋਕ ਹੈ ਨਾ, ਬੱਚੇ ਜਿਹੜੇ ਆ, ਤੁਸੀਂ ਉਹਨਾਂ ਨੂੰ ਉਹ ਸਾਰੀ ਇੱਕ ਪੂਰਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੋ। ਉਹੋ ਜਿਹਾ ਬੱਚਾ ਭਾਵੇਂ ਇੱਥੇ ਹੈ ਜਾਂ ਉੱਥੇ ਹੈ, ਉਹ ਠੀਕ ਹੈ। ਜਿਹੜੀਆਂ ਬੱਚੀਆਂ ਇੱਥੋਂ ਵੀ ਜਾਂਦੀਆਂ, ਵਿਆਹੀਆਂ ਵੀ ਜਾਂਦੀਆਂ, ਉਹ ਉੱਥੇ ਵੀ ਸਾਲੋ ਸਾਲ ਕੁੱਟ ਖਾਰੀਆਂ, ਮਤਲਬ बदतर ज़िंदगी ज्यों रही हैं। ये जे कोई भी कनाडा जाके बहुत आज़ादी ले लेंदियां, जी हम आज़ाद हो गए तो हम रह लेंगे, क्योंकि जिस उत्थे औरत नूं फाइनैंशली इंडिपेंडेंट रहन दी हजे सलीका नहीं आया या ਉਹਦੇ 'ਚ ਹਿੰਮਤ नहीं आई भी चल ठीक है मैं वड्डा घर छड्ड के मैं वड्डा घर छड्डना, मैं बेसमेंट 'ਚ रह लूँगी पर मैं जुत्तियां नहीं खाणियां, पर मैं गालां नहीं खाणियां, ठीक है, पर मैं बेसमेंट 'ਚ रह सकदी हां, अपने आप ਨੂੰ सपोर्ट कर सकदी हां। ਜਿਹੜੀ ਤਾਂ ਉਸ ਔਰਤ ਦੇ ਵਿੱਚ ਹਿੰਮਤ ਹੈ ਤਾਂ ਉਹ ਬੇਸਮੈਂਟ ਦੇ ਵਿੱਚ ਵੀ ਚਲੀ ਜਾਊਗੀ, ਆਪਣੇ ਬੱਚਿਆਂ ਨੂੰ ਲੈ ਕੇ ਹੌਲੀ ਹੌਲੀ ਆਪਣੇ ਆਪ ਨੂੰ ਫਾਈਨੈਂਸ਼ਲੀ ਸਟੇਬਲ ਵੀ ਕਰ ਲੈਂਦੇ। ਪਰ ਜਿਹੜੀ ਔਰਤ ਦੇ ਵਿੱਚ ਕਿਸੇ ਤਰ੍ਹਾਂ ਵੀ ਤੁਸੀਂ ਕਹਿ ਦਿਓ ਵੀ ਜਾਂ ਤਾਂ ਆਪਣੇ ਆਪ ਦੇ ਵਿੱਚ ਉਹ ਦਮ ਨਹੀਂ, ਜਾਂ ਉਹਨੂੰ ਜਦੋਂ ਜਾਂ ਸਮਾਜ ਦਾ ਡਰ ਹੈ, ਪਰਿਵਾਰ ਦਾ ਇੱਜ਼ਤ ਦੇ ਮਤਲਬ ਬਹੁਤ ਵੱਡੇ ਫਿਕਰ ਵੀ ਆਪਾਂ ਨੂੰ ਬਹੁਤ ਹੁੰਦੇ ਆ, ਉਹ ਫਿਰ ਉਸੇ ਮਾਹੌਲ ਦੇ ਵਿੱਚ ਜਿਉਂਦੇ ਹੁੰਦੇ ਸਾਰੀ ਉਮਰ ਵੀ ਕੱਟਦੀਆਂ। ਸੋ ਇਹ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਜਾ ਕੇ ਕੋਈ ਇੱਕਦਮ ਕੋਈ ਉੱਥੋਂ ਦੇ ਪਾਣੀ ਦੇ ਵਿੱਚ ਹੀ ਕੋਈ ਹੈ, ਉਸ ਮਾਹੌਲ ਦੇ ਵਿੱਚ ਆਜ਼ਾਦੀ ਹੈ, ਆਪਸ਼ਨਸ ਹੈ, ਓਪਰਚੁਨਿਟੀਜ਼ ਹੈ ਜੋ ਸ਼ਾਇਦ ਇੱਥੇ ਘੱਟ ਨੇ। ਉਸ ਓਪਰਚੁਨਿਟੀਜ਼ ਨੂੰ ਅਵੇਲ ਕਿਹਨੇ ਕਰਨਾ, ਤੁਸੀਂ ਉਹਨਾਂ ਮੌਕਿਆਂ ਨੂੰ ਕਿਸ ਨੇ ਅਪਣਾਉਣਾ, ਉਹ ਹਰ ਇੱਕ ਇੰਡੀਵਿਜੂਅਲ 'ਤੇ ਡਿਪੈਂਡੈਂਟ ਕਰਦਾ। ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਜੋ ਆਪਣੇ ਇੱਧਰੋਂ ਪੰਜਾਬੀ ਉੱਧਰ ਜਾਂਦੇ ਨੇ, ਉਹ ਹਰ ਇੱਕ ਤਿਉਹਾਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਨਾਉਂਦੇ ਨੇ। ਹਾਲਾਂਕਿ ਆਪਾਂ ਲੋਕ ਇੱਥੇ ਰਹਿ ਕੇ ਭੁੱਲ ਜਾਂਦੇ ਹਾਂ, ਆਪਣੇ ਵਿਆਹ ਸ਼ਾਦੀਆਂ ਹੁੰਦੇ ਨੇ, ਆਪਾਂ ਉਹ ਚੀਜ਼ਾਂ ਭੁੱਲਦੇ ਹਾਂ। ਸੁਹਾਗ ਹੋ ਗਿਆ ਜੀ, ਬੋਲੀਆਂ ਹੋ ਗਈਆਂ ਜਾਂ ਸਿੱਠਣੀਆਂ ਹੋ ਗਈਆਂ, ਸਾਡੇ ਲੋਕਾਂ ਨੂੰ ਬਹੁਤ ਸਾਰੇ ਨੂੰ ਨਹੀਂ ਆਉਂਦੀਆਂ ਹੋਣਗੀਆਂ, ਪਰ ਆਪਾਂ ਦੇਖਦੇ ਹਾਂ ਕੁਛ ਵੀਡੀਓਜ਼ ਇਹੋ ਜਿਹੀਆਂ ਵੀ ਆਉਂਦੀਆਂ ਨੇ ਕਿ ਉੱਧਰ ਲੋਕ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕੈਰੀ ਕਰ ਲੈਂਦੇ ਨੇ। ਜਦੋਂ ਘਰੋਂ ਦੂਰ ਜਾਈਦਾ ਨਾ ਤਾਂ ਜਿਹੜੀ ਚੀਜ਼ ਉਹ ਖਿੱਚ ਪਾਉਂਦੀ ਹੈ ਨਾ, ਤਾਂ ਜਦੋਂ ਘਰ 'ਚ ਹੋਈਦਾ ਚੱਲ ਮਾਂ ਪਿਓ ਹੈ, ਚੱਲ ਕੋਈ ਨਹੀਂ ਮਮਾ ਤੁਹਾਨੂੰ ਸਵੇਰੇ ਆ ਕੇ ਮਿਲ ਲਾਂਗੇ, ਸ਼ਾਮ ਨੂੰ ਆ ਕੇ ਮਿਲ ਲਾਂਗੇ, ਕੋਈ ਗੱਲ ਨਹੀਂ ਹੈ ਨਾ, ਵੀ ਚੱਲ ਸਵੇਰੇ ਨਹੀਂ ਮਿਲੇ, ਡੈਡੀ ਸੁੱਤੇ ਪਏ ਆ ਜਾਂ ਡੈਡੀ ਬਾਹਰ ਗਿਆ, ਕੋਈ ਨਹੀਂ, ਨੌ ਰੌਲਾ, ਕੋਈ ਪ੍ਰੋਬਲਮ ਨਹੀਂ ਹੈ ਨਾ। ਪਰ ਜਦੋਂ ਕਿਤੇ ਬਾਹਰ ਹੋਈਏ, ਕਿਤੇ ਹੋਸਟਲ 'ਚ ਜਾਈਏ ਤਾਂ ਹੁੰਦਾ ਵੀ ਅੱਛਾ ਮੈਂ ਮੰਮਾ ਨੂੰ ਜਾ ਕੇ ਮਿਲਣਾ, ਮੰਮਾ ਨੇ ਪਰੌਂਠੇ ਬਣਾਉਣੇ ਆ, ਮੰਮਾ ਦੇ ਪਰੌਂਠੇ ਖਾਵਾਂਗੇ, ਹੈ ਨਾ। ਸੋ ਉਹ ਚੀਜ਼ ਹੈ ਨਾ, ਭਾਵੇਂ ਤੁਸੀਂ ਘਰ ਦੀ ਮਾਂ ਦੀ ਪੱਕੀ ਰੋਟੀ ਹੈ ਨਾ, ਤੇ ਮਾਂ ਦੀ ਜਿਹੜੀ ਹੈ ਵੀ ਉਹ ਨਿੱਘੀ ਗਲਵੱਖੜੀ ਹੈ, ਤੁਸੀਂ ਢਿੱਲੇ ਹੋ ਗਏ, ਮਾਂ ਨੇ ਤੁਹਾਡੇ ਠੰਡੇ ਪਾਣੀ ਦੇ ਕਹਿੰਦੇ ਨਾ ਉਹ ਪੱਟੀਆਂ ਕਰ ਦਿੱਤੀਆਂ ਕਿਉਂਕਿ ਉਹ ਮਾਂ ਨਾਲ ਬੈਠੀ ਹੈ। ਜਦੋਂ ਉੱਥੇ ਜਾ ਕੇ ਬੁਖਾਰ ਹੁੰਦਾ ਨਾ, ਤਾਂ ਫਿਰ ਉੱਥੇ ਮਾਂ ਸਿਰ 'ਤੇ ਪੱਟੀਆਂ ਨਹੀਂ ਰੱਖ ਸਕਦੀ, ਫਿਰ ਮਾਂ ਦੀ ਯਾਦ ਆਉਂਦੀ ਹੈ। ਆਹੀ ਗੱਲ ਹੈ ਕਿ ਜਦੋਂ ਉੱਥੇ ਚਲੀ ਜਾਈਦਾ ਕਿ ਉਹ ਮਾਹੌਲ ਜਿਹੜਾ ਇੱਥੇ ਆਪਾਂ ਗ੍ਰੈਂਟਡ ਲੈ ਲੈਂਦੇ ਹਾਂ ਨਾ, ਇੱਥੇ ਬਹੁਤ ਇੱਕ ਰਿਚ, ਆਪਣਾ ਬਹੁਤ ਰੰਗੀਨ, ਬਹੁਤ ਇੱਕ ਮਲਟੀ ਡਾਇਮੈਂਸ਼ਨਲ, ਮਲਟੀ ਲੇਅਰ ਇੱਥੇ ਕਲਚਰ ਹੈ, ਜਿਹੜੀ ਆਪਣੇ ਕੋਲ ਇੱਥੇ ਇੱਕ ਮੈਂਟਲ ਵੈਲਨੈਸ ਦੇ ਲਈ ਬਹੁਤ ਇੱਕ ਵੱਡੀ ਚੀਜ਼ ਹੈ ਨਾ, ਜਿਸ ਚੀਜ਼ ਨੂੰ ਆਪਾਂ ਕਈ ਵਾਰੀ ਗ੍ਰੈਂਟਡ ਲੈ ਲੈਂਦੇ ਹਾਂ, ਉਹ ਉੱਥੇ ਨਹੀਂ ਹੈ। ਉਸ ਚੀਜ਼ ਨੂੰ ਰੀਕਨਸਟਰਕਟ ਕਰਨ ਦੇ ਲਈ ਆਪਾਂ ਆਪਣੇ ਉਹ ਮੌਕੇ, ਉਹ ਗਾਣੇ, ਉਹ ਗੀਤ, ਉਹ ਮਾਹੌਲ ਜਿੱਥੇ ਅਸੀਂ ਸੁਖਤ ਫੀਲ ਕੀਤਾ, ਜਿੱਥੇ ਅਸੀਂ ਸੇਫ ਫੀਲ ਕੀਤਾ, ਉਸ ਚੀਜ਼ ਨੂੰ ਰੀਕ੍ਰੀਏਟ ਕਰਨ ਦੇ ਲਈ ਜਾਂ ਆਪਣੀ ਸੈਂਸ ਆਫ ਬਿਲੋਂਗਿੰਗ ਲਈ ਵੀ ਅਸੀਂ ਬਿਲੋਂਗ ਕਰਦੇ ਹਾਂ, ਉਸ ਚੀਜ਼ ਨੂੰ ਰੱਖਣ ਦੇ ਲਈ ਤਾਂ ਉਹ ਬੰਦਾ ਜ਼ਿਆਦਾ ਜਿੱਦਾਂ ਨਾ ਸਾਂਭ ਕੇ ਰੱਖਦਾ। ਜੇ ਇੱਥੇ ਰੋਟੀ ਪਈ ਹੋਵੇ ਤਾਂ ਕੋਈ ਫਿਕਰ ਨਹੀਂ, ਜੇ ਕਿਸੇ ਕੋਲ ਆਪਣੇ ਕੋਲ ਆਪਾਂ ਜਾਂਦੇ ਹਾਂ ਅਤੇ ਰਾਹ 'ਚ ਜਾਂਦੇ ਜਾਂਦੇ ਇੱਕੋ ਬੁਰਕੀ ਬਚ ਗਈ, ਪਰ ਬੜਾ ਜਾਂ ਪਾਣੀ ਦੇ ਬੋਟਲ 'ਚ ਇੰਨਾ ਕੁ ਪਾਣੀ ਬਚ ਗਿਆ ਨਾ, ਤਾਂ ਆਪਾਂ ਉਹਨੂੰ ਸਾਂਭ ਕੇ ਰੱਖਾਂਗੇ, ਹਜੇ ਵੀ ਘੰਟੇ ਤੋਂ ਬਾਅਦ ਇੱਦਾਂ ਹੋਣਾ। ਸੋ ਉਹ ਗੱਲ ਹੈ ਕਿ ਉੱਥੇ ਉਸ ਚੀਜ਼ ਨੂੰ ਜ਼ਿਆਦਾ ਪਿਆਰ ਮੁਹੱਬਤ ਦੇ ਨਾਲ ਆਪਾਂ ਬਹੁਤ ਨਿੱਘ ਜਿਹੜਾ ਹੈਗਾ ਉਹ ਮਹਿਸੂਸ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ। ਥੈਂਕ ਯੂ ਜਸਮੀਤ, ਥੈਂਕ ਯੂ ਤੁਹਾਡਾ, ਤੁਹਾਡੇ ਲਿਸਨਰਸ ਦਾ, ਵਿਊਅਰਸ ਦਾ ਅਤੇ ਸਾਰੇ ਸਟਾਫ ਦਾ। ਇਸ ਦੇਸ਼ ਦੇ ਵਿੱਚ ਆ ਕੇ ਤੁਸੀਂ ਜਿਹੜਾ ਦੁਬਾਰੇ ਮੌਕਾ ਦਿੱਤਾ ਤੁਹਾਡੇ ਨਾਲ ਰੂਬਰੂ ਹੋ ਕੇ ਗੱਲਾਂ ਕਰਨ ਦਾ, ਬਹੁਤ ਧੰਨਵਾਦ। ਤੇ ਅਸੀਂ ਸਾਡੇ ਨਾਲ ਮੀਰਾ ਗਿੱਲ ਜੀ, ਜੋ ਸੋਸ਼ਲ ਐਕਟਿਵਿਸਟ ਨੇ, ਹਮੇਸ਼ਾ ਅੱਗੇ ਆਉਂਦੇ ਨੇ, ਕੰਮ ਕਰਦੇ ਨੇ, ਲੋਕਾਂ ਨੂੰ ਉਮੀਦ ਜਗਾਉਂਦੇ ਨੇ ਕਿ ਹਾਂ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਵੀ ਇਹਨਾਂ ਦੀਆਂ ਬਹੁਤ ਪਿਆਰੀਆਂ, ਬਹੁਤ ਸੋਹਣੀਆਂ ਗੱਲਾਂ ਸੁਣੀਆਂ ਨੇ ਤੇ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਖਾਸ ਮੁਲਾਕਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਕੈਮਰਾਮੈਨ ਹਰਦੀਪ ਤੇ ਕਮਲ ਦੇ ਨਾਲ ਮੈਂ ਜਸਮੀਤ ਕੌਰ।